ਇਸ ਤਰ੍ਹਾਂ ਹੈ ਸਰ, ਦੇਖੋ ਅੱਜ ਮੈਂ ਤੁਹਾਡੇ ਨਾਲ ਉਸ ਚੀਜ਼ ਦੀ ਗੱਲ ਕਰਨ ਜਾ ਰਿਹਾ ਜਿਹੜਾ ਕਿ ਸਾਡੇ ਭਾਰਤੀ ਸੰਸਕ੍ਰਿਤੀ ਦੇ ਸੱਭਿਅਤਾ ਦੇ ਅਨੁਸਾਰ ਪੰਜ ਮੂਲ ਅਨਾਜ। ਆ ਪੰਜ ਤਰ੍ਹਾਂ ਦੇ ਜਿਹੜੇ ਮੂਲ ਅਨਾਜ ਹੈ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਆਪਣੇ ਸਾਡੇ ਸਰੀਰ ਨੂੰ ਜੀਣ ਵਾਸਤੇ ਕਿਆ ਚੀਜ਼ ਚਾਹੀਦੀ ਹੈ? ਰੋਟੀ। ਤੇ ਰੋਟੀ ਦੇ ਵਿੱਚ ਉਹਨਾਂ ਨੇ ਤਿੰਨ ਤਰ੍ਹਾਂ ਦੇ ਅਨਾਜ ਦੱਸੇ ਹੈਗੇ। ਇੱਕ ਹੁੰਦੇ ਹੈਗੇ ਤੁਹਾਡੇ ਨੈਗੇਟਿਵ ਗ੍ਰੇਨਸ, ਇੱਕ ਹੁੰਦੇ ਆ ਨਿਊਟਰਲ ਗ੍ਰੇਨ, ਤੇ ਇੱਕ ਹੁੰਦੇ ਆ ਪੋਜ਼ਿਟਿਵ ਗ੍ਰੇਨ। ਤੇ ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈਗਾ ਨੈਗੇਟਿਵ ਗ੍ਰੇਨ। ਤੇ ਨੈਗੇਟਿਵ ਗ੍ਰੇਨ ਦੇ ਵਿੱਚ ਡਾਕਟਰ ਖਾਦਰਵਲੀ ਦੇ ਅਨੁਸਾਰ ਕਣਕ ਤੇ ਚਾਵਲ ਜਿਹੜੇ ਹੈ ਇਹ ਇੱਕ ਸਾਡੇ ਮਤਲਬ ਆਪਣਾ ਨੈਗੇਟਿਵ ਗ੍ਰੇਨ ਹੈਗੇ। ਤੇ ਉਹਨਾਂ ਦੇ ਅਨੁਸਾਰ ਹੀ ਇੱਕ ਸਾਡੇ ਕੋਲ ਪੋਜ਼ਿਟਿਵ ਗ੍ਰੇਨ ਜਿਹੜਾ ਹੈਗੀ ਹੈ ਉਹ ਜਿਸ ਤਰ੍ਹਾਂ ਹੋ ਗਿਆ ਆਪਣਾ ਤੁਹਾਡਾ ਕੋਦਰਾ, ਹਰੀ ਕੰਗਣੀ, ਕੰਗਣੀ, ਕੁਟਕੀ ਤੇ ਸਵਾ। ਇਹ ਪੰਜ ਤਰ੍ਹਾਂ ਦੇ ਮੂਲ ਅਨਾਜ ਹੈ ਜਿਹੜੇ ਕਿ ਸਾਡੇ ਆਪਣੇ ਪੁਰਾਣੇ ਗ੍ਰੰਥਾਂ ਦੇ ਵਿੱਚ ਪਏ ਹੋਏ ਸੀਗੇ। ਹੁਣ ਫਲੋ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਮੋਨੂ ਸੰਦੀਪ। ਅੱਜ ਇੱਕ ਵਾਰ ਫਿਰ ਹੈ ਜਿਹੜਾ ਅਸੀਂ ਜੇਟੀ ਬ੍ਰਦਰਸ ਤੇ ਪਹੁੰਚੇ ਹਾਂ, ਜਿਨ੍ਹਾਂ ਵੱਲੋਂ ਅੱਜ ਇੱਕ ਹੋਰ ਹੈ ਜਿਹੜਾ ਇਹਨਾਂ ਵੱਲੋਂ ਇੱਕ ਪ੍ਰੋਡਕਟ ਹੈ ਜਿਹਨੂੰ ਅਨਾਜ ਕਿਹਾ ਜਾਂਦਾ ਉਹ ਲਾਂਚ ਕੀਤਾ ਜਾ ਰਿਹਾ। ਉਹਦੇ ਕੀ ਫਾਇਦੇ ਆ, ਕੀ ਉਹਦੀ ਬੈਨੀਫਿਟ ਹੈ, ਕਿਹੜੀਆਂ ਬਿਮਾਰੀਆਂ ਨੂੰ ਉਹ ਕੰਟਰੋਲ ਕਰਦਾ। ਸਾਡੇ ਨਾਲ ਇਸ ਵੇਲੇ ਜੇਟੀ ਬ੍ਰਦਰਸ ਦੇ ਡਾਇਰੈਕਟਰ ਸਾਡੇ ਨਾਲ ਮੌਜੂਦ ਆ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਕਿਹੜੀਆਂ ਬਿਮਾਰੀਆਂ ਤੇ ਰੋਕਥਾਮ ਪਾਉਂਦਾ। ਉਹਨਾਂ ਨਾਲ ਗੱਲਬਾਤ ਕਰਦੇ ਆ, ਕਿਵੇਂ ਯੂਜ਼ ਕਰਦੇ ਆ ਉਹਨੂੰ। ਆਓ ਮਿਲਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡਾ ਮੈਂ ਧੰਨਵਾਦ ਕਰਨਾ ਚਾਹੁੰਦਾ ਹੈਗਾ ਕਿ ਤੁਹਾਡੇ ਚੈਨਲ ਦੇ ਰਾਹੀਂ ਸਾਡੀ ਜਿਹੜੀ ਪਿੱਛੇ ਜੀ ਆਪਾਂ ਇੱਕ ਪ੍ਰੋਡਕਟ ਨਾਭੀ ਪੰਚਕਰਮਾ ਜਿਹੜਾ ਹੈਗਾ ਉਹਨੂੰ ਮਤਲਬ ਕਾਫੀ ਮਰੀਜ਼ ਤੁਹਾਡੇ ਚੈਨਲ ਦੇ ਰਾਹੀਂ ਮਿਲੇ ਹੈਗੇ ਔਰ ਕਾਫੀ ਮਰੀਜ਼ ਜਿਹੜੇ ਆ ਠੀਕ ਹੋਏ ਹੈਗੇ। ਇੱਕ ਸਰ ਤੁਹਾਡੇ ਵੱਲੋਂ ਅੱਜ ਇੱਕ ਅਨਾਜ ਆ ਜਿਹੜਾ ਲਾਂਚ ਕੀਤਾ ਜਾ ਰਿਹਾ, ਕੀ ਉਹਦਾ ਨਾਮ ਆ, ਕੀ ਉਹਦੇ ਬੈਨੀਫਿਟ ਆ, ਉਹ ਕਿਹੜੀਆਂ ਬਿਮਾਰੀਆਂ ਨੂੰ ਆ ਜਿਹੜਾ ਰੋਕਥਾਮ ਕਰਦਾ, ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਆ ਜਿਹੜਾ ਦੱਸਿਆ ਜਾਵੇ। ਇਸ ਤਰ੍ਹਾਂ ਹੈ ਸਰ, ਦੇਖੋ ਅੱਜ ਮੈਂ ਤੁਹਾਡੇ ਨਾਲ ਉਸ ਚੀਜ਼ ਦੀ ਗੱਲ ਕਰਨ ਜਾ ਰਿਹਾ ਜਿਹੜਾ ਕਿ ਸਾਡੇ ਭਾਰਤੀ ਸੰਸਕ੍ਰਿਤੀ ਦੇ ਸੱਭਿਅਤਾ ਦੇ ਅਨੁਸਾਰ ਪੰਜ ਮੂਲ ਅਨਾਜ ਉਹ ਅਨਾਜ ਹੈਗੇ ਜਿਹੜੇ ਕਿ ਸਾਡੇ ਗ੍ਰੰਥਾਂ ਦੇ ਵਿੱਚ ਪਏ ਹੋਏ ਆ। ਤੇ ਉਸ ਤੋਂ ਬਾਅਦ ਇਹਦਾ ਜਿਹੜਾ ਮਤਲਬ ਖੋਜ ਕੀਤੀ ਗਈ ਡਾਕਟਰ ਖਾਦਰਵਲੀ ਦੁਆਰਾ, ਇਹਦੀ ਮਤਲਬ ਪੰਜ ਅਨਾਜਾਂ ਦੀ ਖੋਜ ਕੀਤੀ ਗਈ ਹੈ। ਤੇ ਉਹਨਾਂ ਦੇ ਅਨੁਸਾਰ ਆ ਪੰਜ ਤਰ੍ਹਾਂ ਦੇ ਜਿਹੜੇ ਮੂਲ ਅਨਾਜ ਹੈ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਆਪਣੇ ਸਾਡੇ ਸਰੀਰ ਨੂੰ ਜੀਣ ਵਾਸਤੇ ਕਿਆ ਚੀਜ਼ ਚਾਹੀਦੀ ਹੈ? ਰੋਟੀ। ਤੇ ਰੋਟੀ ਦੇ ਵਿੱਚ ਉਹਨਾਂ ਨੇ ਤਿੰਨ ਤਰ੍ਹਾਂ ਦੇ ਅਨਾਜ ਦੱਸੇ ਹੈਗੇ। ਇੱਕ ਹੁੰਦੇ ਹੈਗੇ ਤੁਹਾਡੇ ਨੈਗੇਟਿਵ ਗ੍ਰੇਨਸ, ਇੱਕ ਹੁੰਦੇ ਆ ਨਿਊਟਰਲ ਗ੍ਰੇਨ, ਤੇ ਇੱਕ ਹੁੰਦੇ ਆ ਪੋਜ਼ਿਟਿਵ ਗ੍ਰੇਨ। ਔਰ ਤਿੰਨ ਤਰ੍ਹਾਂ ਦੇ ਮੂਲ ਅਨਾਜ ਦੇ ਵਿੱਚ ਤੁਹਾਨੂੰ ਦੱਸਣ ਲੱਗਿਆ ਮੈਂ। ਜਿੱਦਾਂ ਜਿਹੜੇ ਨਿਊਟਰਲ ਗ੍ਰੇਨ ਹੁੰਦੇ ਆ ਉਹਦੇ ਵਿੱਚ ਜਿੱਦਾਂ ਬਾਜਰਾ ਹੋ ਗਿਆ, ਰਾਗੀ ਹੋ ਗਿਆ, ਚਨਾ ਹੋ ਗਿਆ, ਜਵਾਰ ਹੋ ਗਿਆ, ਇਹ ਨਿਊਟਰਲ ਗ੍ਰੇਨ ਦੇ ਵਿੱਚ ਆਉਂਦੇ ਆ। ਅਗਰ ਕੋਈ ਤੁਸੀਂ ਸੁਣਿਆ ਹੋਣਾ ਹੈ ਕਿ ਸਾਡੇ ਪੁਰਾਣੇ ਬਜ਼ੁਰਗ ਸੀਗੇ ਉਸ ਵੇਲੇ ਬਾਜਰੇ ਦੀ ਰੋਟੀ ਖਾਂਦੇ ਸੀਗੇ, ਬੇਰੜੇ ਦੀ ਰੋਟੀ ਖਾਂਦੇ ਸੀਗੇ, ਠੀਕ ਹੈ। ਉਹ ਅਨਾਜ ਹੈਗੇ ਆ, ਵਧੀਆ ਹੈ, ਨੋ ਡਾਊਟ ਵੀ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਪਰ ਬਟ ਇਹ ਹੈ ਵੀ ਜੇ ਅਗਰ ਕੋਈ ਸਾਨੂੰ ਮਤਲਬ ਜੇ ਅਸੀਂ ਉਹਨੂੰ ਖਾਂਦੇ ਹਾਂ, ਜੇ ਬੰਦਾ ਬਿਮਾਰ ਹੈ ਤਾਂ ਉਹ ਠੀਕ ਨਹੀਂ ਹੋਏਗਾ ਤੇ ਜ਼ਿਆਦਾ ਬਿਮਾਰ ਵੀ ਨਹੀਂ ਹੋਏਗਾ, ਜਿਹਨੂੰ ਅਸੀਂ ਨਿਊਟਰਲ ਗ੍ਰੇਨ ਕਹਿ ਸਕਦੇ ਹਾਂ। ਤੇ ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈਗਾ ਨੈਗੇਟਿਵ ਗ੍ਰੇਨ। ਤੇ ਨੈਗੇਟਿਵ ਗ੍ਰੇਨ ਦੇ ਵਿੱਚ ਡਾਕਟਰ ਖਾਦਰਵਲੀ ਦੇ ਅਨੁਸਾਰ ਕਣਕ ਤੇ ਚਾਵਲ ਜਿਹੜੇ ਹੈ ਇਹ ਇੱਕ ਸਾਡੇ ਮਤਲਬ ਆਪਣਾ ਨੈਗੇਟਿਵ ਗ੍ਰੇਨ ਹੈਗੇ। ਤੇ ਉਹਨਾਂ ਦੇ ਅਨੁਸਾਰ ਹੀ ਇੱਕ ਸਾਡੇ ਕੋਲ ਪੋਜ਼ਿਟਿਵ ਗ੍ਰੇਨ ਜਿਹੜਾ ਹੈਗੀ ਹੈ ਉਹ ਜਿਸ ਤਰ੍ਹਾਂ ਹੋ ਗਿਆ ਆਪਣਾ ਤੁਹਾਡਾ ਕੋਦਰਾ, ਹਰੀ ਕੰਗਣੀ, ਕੰਗਣੀ, ਕੁਟਕੀ ਤੇ ਸਵਾ। ਇਹ ਪੰਜ ਤਰ੍ਹਾਂ ਦੇ ਮੂਲ ਅਨਾਜ ਹੈ ਜਿਹੜੇ ਕਿ ਸਾਡੇ ਆਪਣੇ ਪੁਰਾਣੇ ਗ੍ਰੰਥਾਂ ਦੇ ਵਿੱਚ ਪਏ ਹੋਏ ਸੀਗੇ। ਹੁਣ ਤੁਸੀਂ ਸੁਣਿਆ ਹੋਣਾ ਕਿ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੇ ਘਰ ਦੇ ਵਿੱਚ ਜਾ ਕੇ ਕੋਦਰੇ ਦੀ ਰੋਟੀ ਖਾਧੀ ਸੀ। ਇਹ ਉਸ ਟਾਈਮ ਦੀਆਂ ਮੈਂ ਗੱਲਾਂ ਕਰਦਾ ਪਿਆ। ਤੇ ਇਹ ਜਿਹੜੇ ਅਨਾਜ ਹੈ ਜਦ ਅਸੀਂ ਇਹਦੇ ਵਿੱਚ ਡਾਕਟਰ ਖਾਦਰਵਲੀ ਜੀ ਨੇ ਪੂਰੀ ਖੋਜ ਕੀਤੀ ਹੈ, ਪੂਰੀ ਰਿਸਰਚ ਕੀਤੀ ਹੈ, ਤਾਂ ਇਹਦੇ ਵਿੱਚ ਪਾਇਆ ਗਿਆ ਕਿ ਜਿਹੜਾ ਇਹਦੇ ਵਿੱਚ ਇੱਕ ਤਾਂ ਇਹ ਸਭ ਤੋਂ ਜ਼ਿਆਦਾ ਲੋ ਗਲਾਈਸੈਮਿਕ ਫੂਡ ਹੈ ਔਰ ਇਹਦੇ ਅੰਦਰ ਕਾਰਬੋਹਾਈਡਰੇਟਸ ਔਰ ਫਾਈਬਰ ਦੀਆਂ ਪਰਤ ਦਰ ਪਰਤ 7 ਤਰ੍ਹਾਂ ਦੀ ਲੇਅਰਾਂ ਹੁੰਦੀਆਂ ਜਿਹੜੇ ਕਿ ਸਾਡੀ ਬੋਡੀ ਨੂੰ ਟਾਈਮ ਦੀ એનર્ਜੀ ਜਿਹੜਾ ਹੈਗਾ ਦਿੰਦਾ ਰਹਿੰਦਾ ਹੈਗਾ। ਇਹ ਡਾਈਜੈਸਟ ਹੋਣ ਵਾਸਤੇ 5 ਤੋਂ 6 ਘੰਟੇ ਲੈਂਦਾ ਔਰ ਇਹਦੀ ਹੌਲੀ ਪਰਤਾਂ ਖੁੱਲਦੀਆਂ ਕਿ ਸਾਡੇ ਸਰੀਰ ਨੂੰ ਜਿੰਨੀ ਕੁ એનર્ਜੀ ਚਾਹੀਦੀ ਹੈ ਉਹਦੇ ਥਰੂ ਇਹ એનર્ਜੀ ਜਿਹੜਾ ਹੈਗਾ ਸਾਡੇ ਸਰੀਰ ਨੂੰ ਪ੍ਰੋਵਾਈਡ ਕਰਦਾ ਹੈਗਾ। ਤੇ ਜਿਹੜਾ ਕਣਕ ਤੇ ਚੌਲ ਹੈ ਇਹ ਸਾਡੇ ਹਾਈ ਗਲਾਈਸੈਮਿਕ ਫੂਡ ਹੈ। ਇਹਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਅੱਜ ਕੱਲ ਹਰ ਕਿਸੇ ਦੇ ਘਰ ਦੇ ਵਿੱਚ ਸ਼ੂਗਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਹੈ। ਹਰ ਤੀਸਰੇ ਜਗ੍ਹਾ ਕੋਈ ਪੇਸ਼ੈਂਟ ਜਿਹੜਾ ਹੈਗਾ ਉਹ ਸ਼ੂਗਰ ਦੀ ਪ੍ਰੋਬਲਮ ਜਿਹੜੀ ਹੈ ਤੇ ਪ੍ਰੋਬਲਮ ਨਾਲ ਜੂਝ ਰਿਹਾ ਹੈ। ਤੋ ਇਹ ਜਿਹੜੇ ਅਨਾਜ ਹੈ ਅਗਰ ਗੱਲ ਉੱਥੇ ਹੀ ਆ ਜਾਂਦੀ, ਦੇਖੋ ਮੈਂ ਤੁਹਾਨੂੰ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਹੈਗਾ ਵੀ ਸਾਡਾ ਪਹਿਲਾਂ ਵੀ ਇਹੀ ਮੋਟਿਵ ਰਿਹਾ ਸਾਡਾ ਵੀ ਅਸੀਂ ਨੇਚੁਰਲ ਪੈਥੀ ਨੂੰ ਅਪਣਾਈਏ, ਨੇਚੁਰਲ ਪੈਥੀ ਨੂੰ ਅਪਣਾ ਕੇ ਆਪਣੇ ਸਰੀਰ ਦੇ ਵਿੱਚੋਂ ਕਈ ਬਿਮਾਰੀਆਂ ਨੂੰ ਬਾਹਰ ਕਰੀਏ।
ਤੇ ਵੈਸਟਰਨ ਕਲਚਰ ਵੀ ਘਰ ਕਰ ਚੁੱਕਿਆ ਹੈ। ਔਰ ਦੂਸਰੀ ਗੱਲ ਹੈ ਕਿ ਜੇਕਰ ਸਾਡਾ ਖਾਣ-ਪਾਨ ਸਹੀ ਨਹੀਂ ਹੈ, ਅਗਰ ਸਾਡਾ ਖਾਣ-ਪਾਨ ਸਹੀ ਨਹੀਂ ਹੈ ਔਰ ਉਹ ਚੀਜ਼ਾਂ ਖਾ ਰਹੇ ਜਿਹਦੇ ਨਾਲ ਆਪਾਂ ਬਿਮਾਰ ਹੋ ਰਹੇ ਹਾਂ, ਤਾਂ ਕਿਉਂ ਨਾ ਅਸੀਂ ਪਹਿਲਾਂ ਆਪਣਾ ਖਾਣ-ਪਾਨ ਹੀ ਸਹੀ ਕਰੀਏ। ਬਿਲਕੁਲ ਠੀਕ ਹੈ ਜੀ। ਤਾਂ ਪਹਿਲਾਂ ਜਿਹੜਾ ਅਸੀਂ ਪ੍ਰੋਡਕਟ ਲੈ ਕੇ ਆਏ ਤੇ ਨਾਭੀ ਪੰਚਕਰਮਾ ਦੇਖੋ ਉਹ ਵੀ ਇੱਕ ਸਾਡੇ ਨੈਚੁਰਲਪੈਥੀ ਦੇ ਵਿੱਚ ਆਉਂਦਾ ਹੈਗਾ, ਤੇ ਉਸ ਦੇ ਨਾਲ ਵੀ ਸਾਨੂੰ ਕਾਫੀ ਰਿਜ਼ਲਟ ਆਇਆ। ਹੁਣ ਦੂਜੀ ਗੱਲ ਰਹਿ ਗਈ ਹੈ ਵੀ ਨਾਭੀ ਪੰਚਕਰਮਾ ਕੰਮ ਤਾਂ ਕਰਦੀ ਹੈ, ਲੇਕਿਨ ਸਾਡਾ ਜਦ ਤੱਕ ਅਸੀਂ ਕਣਕ ਤੇ ਚਾਵਲ ਨਹੀਂ ਛੱਡਾਂਗੇ ਤੇ ਜਦ ਤੱਕ ਉਹ ਅਸੀਂ ਇਨਟੇਕ ਕਰਦੇ ਰਹੇ, ਸਾਡੀ ਬਿਮਾਰੀ ਨੂੰ ਵਧਾਵਾ ਦੇ ਰਹੇ ਹੈਗੇ, ਤਾਂ ਉਹ ਮਤਲਬ ਪ੍ਰੋਬਲਮ ਜਿਹੜੀ ਹੈ ਸੋਲਵ ਨਹੀਂ ਹੋਣੀ ਹੈ। ਤਾਂ ਕਹਿਣ ਦਾ ਭਾਵ ਮੇਰਾ ਇਹ ਹੈਗਾ ਵੀ ਦੇਖੋ ਕਣਕ ਤੇ ਚਾਵਲ ਅਸੀਂ ਇੱਕਦਮ ਤਾਂ ਬੰਦ ਨਹੀਂ ਕਰ ਸਕਦੇ, ਕਿਉਂਕਿ ਸਾਡੀ ਹੈਬਿਟ ਬਣ ਚੁੱਕੀ ਹੈ। ਕਣਕ ਤੇ ਚਾਵਲ ਤਾਂ ਸਾਨੂੰ ਹੁਣ ਕਿਉਂਕਿ ਜੀਣ ਵਾਸਤੇ ਕੁਛ ਨਾ ਕੁਛ ਤਾਂ ਖਾਣਾ ਪੈਣਾ, ਜੇ ਅਗਰ ਇਹ ਕਣਕ ਤੇ ਚੌਲ ਛੱਡ ਦੂੰਗੇ ਤਾਂ ਅਸੀਂ ਖਾਵਾਂਗੇ ਕਿਆ। ਸੋ ਸਾਡਾ ਇਹ ਮਿਸ਼ਨ ਹੈ ਕਿ ਅਗਰ ਜੇ ਅਸੀਂ ਇਹ ਅਨਾਜ ਲੈ ਕੇ ਆਏ ਹੈਗੇ, ਇਹ ਅਨਾਜ ਜਿਹੜੇ ਹੈ ਆਰਗੈਨਿਕ, ਅਨਪੋਲਿਸ਼ਡ ਔਰ ਅਨਪ੍ਰੋਸੈਸ ਹੈ। ਇਹਨਾਂ ਦੀ ਜਿਹੜੀ ਖੇਤੀਬਾੜੀ ਹੈ ਉਹ ਮਤਲਬ ਸਾਊਥ ਦੇ ਵਿੱਚ ਜ਼ਿਆਦਾ ਹੁੰਦੀ ਹੈ, ਤੇ ਸਾਡਾ ਜਿੱਥੋਂ ਅਸੀਂ ਇਹ ਮੰਗਾਉਂਦੇ ਹਾਂ ਤਾਂ ਸਿੱਧਾ ਮੰਗਾਈਦਾ। ਤੇ ਇੱਥੇ ਆਪਣਾ ਜੇਟੀ ਬ੍ਰਦਰਸ ਦਾ ਉਪਰਾਲਾ ਕੀਤਾ ਹੈ ਕਿ ਇਸ ਚੀਜ਼ ਦਾ ਅਸੀਂ ਲੰਗਰ ਵੀ ਲਾਉਂਦੇ ਹਾਂ, ਤੇ ਇਸ ਚੀਜ਼ ਨੂੰ ਅਸੀਂ ਲੋਕਾਂ ਦੇ ਘਰ ਘਰ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਵੀ ਤਾਂ ਕਿ ਅਗਰ ਜੇ ਕੋਈ ਬੰਦਾ ਇਹਨੂੰ ਖਾਂਦਾ ਹੈਗਾ ਤਾਂ ਅੱਛੀ ਚੀਜ਼ ਖਾਵੇ, ਮਾੜੀ ਚੀਜ਼ ਨਾ ਖਾਵੇ। ਕਣਕ ਨੂੰ ਜਿੰਨਾ ਹੋ ਸਕਦਾ ਉਨਾ ਘੱਟ ਕਰਨ, ਚਾਵਲਾਂ ਨੂੰ ਹੋ ਸਕਦਾ ਜਿੰਨੇ ਘੱਟ ਕਰ ਸਕਦੇ ਆ, ਤੇ ਆਪਣਾ ਇਸ ਅਨਾਜ ਨੂੰ ਜਿਹੜਾ ਹੈਗਾ ਆਪਣੇ ਉਸ ਚੀਜ਼ ਦੇ ਵਿੱਚ ਲੈ ਸਕਦਾ ਹੈ ਜੀ। ਡਾਕਟਰ ਸਾਹਿਬ ਮੈਂ ਗੱਲ ਕਰਾਂ, ਜਿਵੇਂ ਤੁਸੀਂ ਦੱਸਿਆ ਵੀ ਇਹ ਅਨਾਜ ਆ, ਤੁਸੀਂ ਇਸ ਦੇ ਵਿੱਚ ਘੱਟੋ ਘੱਟ 5 ਤਰ੍ਹਾਂ ਦੇ ਨਾਮ ਦੇ ਜਿਹੜੇ ਆ ਲਏ ਆ, ਇਹਦਾ ਕੀ ਆ ਜਿਹੜਾ ਇਹ 5 ਤਰ੍ਹਾਂ ਦੇ ਅਨਾਜਾਂ ਨੂੰ ਇੱਕ ਜਗ੍ਹਾ ਮਿਲਾ ਕੇ ਇਹਦਾ ਮਿਸ਼ਰਣ ਬਣਾਇਆ ਜਾਂਦਾ ਕਿ ਇਹ 5 ਆ ਜਿਹੜੇ ਅਲੱਗ-ਅਲੱਗ ਤਰ੍ਹਾਂ ਨਾਲ ਜਿਹੜੇ ਯੂਜ਼ ਕਰਕੇ ਖਾਣੇ ਪੈਂਦੇ ਨੇ? ਇਸ ਤਰ੍ਹਾਂ ਹੈ, ਦੇਖੋ ਜੀ 5 ਜਿਹੜੇ ਅਸੀਂ ਤੁਹਾਨੂੰ ਅਨਾਜ ਦੱਸੇ ਹੈ ਇਹ ਅਲੱਗ-ਅਲੱਗ ਤਰ੍ਹਾਂ ਦੇ ਅਨਾਜ ਹੈ। ਪ੍ਰੋਸੈਸ ਤਾਂ ਬਹੁਤ ਜ਼ਿਆਦਾ ਹੈਗਾ ਇਹਨਾਂ ਨੂੰ, ਤੁਸੀਂ ਵੈਸੇ ਤਾਂ ਆਟਾ ਵੀ ਬਣਦਾ ਹੈਗਾ ਸਾਰਾ ਕੁਝ, ਪਰ ਲੇਕਿਨ ਜੇ ਅਗਰ ਅਸੀਂ ਵਧੀਆ ਰਿਜ਼ਲਟ ਲੈਣੇ ਆ, ਆਪਣੇ ਸਰੀਰ ਨੂੰ ਵਧੀਆ ਤਰੀਕੇ ਨਾਲ ਠੀਕ ਰੱਖਣਾ ਹੈ, ਤਾਂ ਇਹ ਅਨਾਜ ਸਾਨੂੰ ਕੱਲੇ ਅਲੱਗ-ਅਲੱਗ ਹੀ ਖਾਣੇ ਪੈਣੇ ਆ। ਜਿਸ ਤਰ੍ਹਾਂ ਤੁਹਾਡਾ ਕੋਧਰਾ ਇੱਕ ਦਿਨ ਖਾ ਲਿਆ, ਉਸ ਤੋਂ ਬਾਅਦ ਕੰਗਣੀ ਉਹਦੇ ਅਗਲੇ ਦਿਨ ਖਾ ਲਈ, ਹਰੀ ਕੰਗਣੀ ਉਹਦੇ ਤੀਸਰੇ ਦਿਨ ਖਾ ਲਈ, ਕੁਟਕੀ ਜਿਹੜੀ ਉਸਦੇ ਅਗਲੇ ਚੌਥੇ ਦਿਨ ਖਾ ਲਈ, ਤੇ ਜਿਹੜਾ ਸਵਾਂਕ ਹੈ ਉਹ 5ਵੇਂ ਦਿਨ ਖਾ ਲਿਆ। ਉਹ ਤੋਂ ਬਾਅਦ ਦੁਬਾਰਾ ਫੇਰ ਆਪਣਾ ਕੋਧਰੇ ਤੇ ਰਿਪੀਟ ਜਿਹੜਾ ਹੈਗਾ ਉਹ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਜੀ। ਜਿਵੇਂ ਤੁਸੀਂ ਇਹ ਮੈਨੂੰ ਦੱਸਿਆ ਵੀ ਇੱਕ ਦਿਨ ਬਾਅਦ ਆ ਜਿਹੜਾ ਬਦਲ ਕੇ ਇਹਨੂੰ ਖਾਣ ਨਾਲ ਰਿਜ਼ਲਟ ਵਧੀਆ ਆਉਂਦੇ ਆ, ਤੇ ਤੁਸੀਂ ਦੱਸਿਆ ਇਸ ਦਾ ਜਿਹੜਾ ਆਟਾ ਵੀ ਬਣ ਜਾਂਦਾ, ਇਹਨੂੰ ਰਲਾ ਕੇ ਆਪਾਂ ਆਟਾ ਵੀ ਬਣਾ ਸਕਦੇ ਆ। ਇਹਦਾ ਕੋਈ ਇਦਾਂ ਵੀ ਹੈ ਟਾਈਮ ਪੀਰੀਅਡ ਵੀ ਆ, ਕੋਈ ਵੀ ਜਿੱਦਾਂ ਡਾਕਟਰਾਂ ਵੱਲੋਂ ਦੱਸਿਆ ਜਾਂਦਾ ਇੱਕ ਮੈਡੀਸਨ ਸਵੇਰ ਨੂੰ ਲੈਣੀ ਆ, ਦੁਪਹਿਰ ਨੂੰ ਲੈਣੀ ਆ, ਸ਼ਾਮ ਨੂੰ ਲੈਣੀ ਆ, ਇਦਾਂ ਵੀ ਹੈ ਕੁਛ ਇਹਦੇ ਨਾਲ ਕਿ ਇਹ ਰੈਗੂਲਰ ਬੰਦਾ ਜਿਹੜਾ ਆਪਣਾ ਯੂਜ਼ ਕਰ ਸਕਦਾ ਹੈ? ਦੇਖੋ ਜੀ ਹੁਣ ਮੈਂ ਤੁਹਾਡੇ ਚੈਨਲ ਰਾਹੀਂ ਇਹ ਗੱਲ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਇਹ ਨਾ ਤਾਂ ਦਵਾਈ ਹੈ। ਓਕੇ ਸਰ। ਜਿਸ ਤਰ੍ਹਾਂ ਅਸੀਂ ਕਣਕ ਲੈਂਦੇ ਆ, ਕਣਕ ਨੂੰ ਪਸਾਉਂਦੇ ਆ ਤੇ ਉਹਦਾ ਆਟਾ ਬਣਾ ਕੇ ਰੋਟੀ ਖਾਂਦੇ ਆ, ਤੇ ਜੇ ਕਣਕ ਦਾ ਨੁਕਸਾਨ ਬੰਦੇ ਨੂੰ ਨਹੀਂ ਹੈ, ਵੈਸੇ ਤਾਂ ਜੇ ਅਗਰ ਮੈਡੀਕਲ ਸਾਇੰਸ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਸਾਡੇ ਸਰੀਰ ਨੂੰ ਮਤਲਬ ਕਹਿ ਲਓ ਵੀ ਅਸੀਂ ਢਿੱਡ ਭਰਨੇ ਵਾਲੀ ਗੱਲ ਕਰਦੇ ਆ, ਬਟ ਲੇਕਿਨ ਜਿੱਦਾਂ ਕਣਕ ਅਸੀਂ ਜੀਣ ਵਾਸਤੇ ਕਣਕ ਖਾ ਰਹੇ ਉਹਦਾ ਕੋਈ ਨੁਕਸਾਨ ਨਹੀਂ, ਇਹ ਵੀ ਤਾਂ ਇੱਕ ਅਨਾਜ ਹੀ ਹੈ। ਇਹਦਾ ਕੀ ਨੁਕਸਾਨ ਹੋ ਸਕਦਾ? ਇਸ ਦਾ ਕੀ ਨੁਕਸਾਨ ਹੋ ਸਕਦਾ? ਕਿਉਂਕਿ ਇਹ ਵੀ ਸਾਡੇ ਮੂਲ ਅਨਾਜ ਹੈਗੇ, ਭਾਰਤ ਦੇ ਮੂਲ ਅਨਾਜ। ਜੇ ਅਗਰ ਅਸੀਂ ਇਹਨੂੰ ਅਨਾਜ ਲੈ ਕੇ ਚੱਲੇ ਹੋਏ ਤਾਂ ਇਹਦਾ ਨੁਕਸਾਨ ਵੀ ਕੋਈ ਨਹੀਂ ਹੈ। ਔਰ ਦੂਸਰੀ ਗੱਲ ਇਹ ਹੈ ਕਿ ਇਹ ਟੈਕਸ ਫ੍ਰੀ ਹੈ, ਇੱਥੇ ਕੋਈ ਟੈਕਸ ਨਹੀਂ ਲੱਗਦਾ। ਠੀਕ ਹੈ ਜੀ। ਤੇ ਕਹਿਣ ਦਾ ਭਾਵ ਇਹ ਹੈ ਕਿ ਦੇਖੋ ਅਗਰ ਮੈਂ ਤੁਹਾਨੂੰ ਉਹ ਚੀਜ਼ਾਂ ਦੱਸ ਰਿਹਾ ਵੀ ਜਿਹੜੇ ਇਹ 5 ਤਰ੍ਹਾਂ ਦੇ ਅਨਾਜ ਹੈ, ਅਸੀਂ ਉਸ ਟਾਈਮ ਦੀ ਗੱਲ ਕਰ ਰਹੇ ਹਾਂ ਜਦੋਂ ਕਿ ਮਤਲਬ ਸਾਡੇ ਬਜ਼ੁਰਗ ਜਦੋਂ ਕਿ ਕਣਕ ਔਰ ਚਾਵਲ ਨੇ ਸਾਡੇ ਇੰਡੀਆ ਦੇ ਵਿੱਚ ਘਰ ਨਹੀਂ ਕੀਤਾ ਸੀਗਾ। ਓਕੇ, ਅੱਛਾ ਮੈਨੂੰ ਇੱਕ ਚੀਜ਼ ਦੱਸੋ, ਜਿਵੇਂ ਤੁਸੀਂ ਇਹ ਦੱਸਿਆ ਇਸ ਦਾ ਜਿਹੜਾ ਮੇਨ ਇਹਦੀ ਜਿਹੜੀ ਜੜ ਹੈ ਕਿਸ ਨੂੰ ਇਹ ਖਤਮ ਕਰਦਾ? ਅੱਜ ਦੇ ਦੌਰ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੇ ਲੋਕਾਂ ਨੂੰ ਘਿਰਿਆ ਹੋਇਆ, ਜਿਹੜਾ ਇਹ ਅਨਾਜ ਆ ਕਿਸ ਚੀਜ਼ ਦੇ ਉੱਤੇ ਇਹ ਜਿਹੜਾ ਫਸਟ ਦੇ ਆਧਾਰ ਤੇ ਪਹਿਲ ਦੇ ਆਧਾਰ ਤੇ ਕੰਮ ਕਰਦਾ, ਜਿਸ ਦੇ ਨਾਲ ਲੋਕਾਂ ਨੂੰ ਬਹੁਤ ਛੇਤੀ ਹੈ ਜਿਹੜੀ ਰਾਹਤ ਮਿਲਦੀ ਹੈ? ਦੇਖੋ ਜੀ ਅਨਾਜ ਜੇ ਅਗਰ ਅਸੀਂ ਇਹਨੂੰ ਯੂਜ਼ ਕਰਦੇ ਹਾਂ ਤੇ ਪਹਿਲਾਂ ਤਾਂ ਤੁਹਾਨੂੰ ਮੈਂ ਗੱਲ ਦੱਸ ਕੇ ਹਟਿਆ ਕਿ ਇਹ ਲੋ ਗਲਾਈਸੈਮਿਕ ਫੂਡ ਹੈਗਾ। ਠੀਕ ਹੈ ਜੀ। ਔਰ ਲੋ ਗਲਾਈਸੈਮਿਕ ਫੂਡ ਹੋਣ ਦੇ ਕਾਰਨ ਇਹ ਸਾਨੂੰ ਸਭ ਤੋਂ ਪਹਿਲਾਂ ਸਾਡੇ ਸਰੀਰ ਦੇ ਵਿੱਚ ਸ਼ੂਗਰ ਨੂੰ ਜ਼ਿਆਦਾ ਫਰਕ ਕਰਦਾ ਹੈ। ਅਗਰ ਇਹਨੂੰ ਕੋਈ ਮਰੀਜ਼ ਕਹਿ ਲਓ ਜਾਂ ਤੰਦਰੁਸਤ ਬੰਦਾ ਅਗਰ ਖਾਣਾ ਸ਼ੁਰੂ ਕਰਦਾ, ਜੇ ਕਿਸੇ ਨੂੰ ਸ਼ੂਗਰ ਹੈਗੀ ਹੈ ਤਾਂ ਸ਼ੂਗਰ ਠੀਕ ਹੋਣੀ ਸ਼ੁਰੂ ਹੋ ਜਾਣੀ, ਔਰ ਜੇ ਅਗਰ ਕਿਸੇ ਨੂੰ ਸ਼ੂਗਰ ਨਹੀਂ ਹੈ ਤਾਂ ਉਹਨੂੰ ਅੱਗੇ ਹੋਣੀ ਨਹੀਂ ਹੈਗੀ। ਸ਼ੂਗਰ ਹੋ ਗਿਆ, ਉਸ ਤੋਂ ਬਾਅਦ ਬੀਪੀ ਹੋ ਗਿਆ, ਕੋਲੇਸਟ੍ਰੋਲ ਹੋ ਗਿਆ, ਉਸ ਤੋਂ ਬਾਅਦ ਮੈਂਟਲੀ ਡਿਸਟਰਬੈਂਸ ਹੁੰਦੀ ਹੈ, ਮਾਨਸਿਕ ਤਣਾਅ ਜਿਹਨੂੰ ਆਪਾਂ ਕਹਿ ਦਿੰਦੇ ਆ। ਅੱਜ ਕੱਲ ਬੱਚਿਆਂ ਦੀ ਮੋਬਾਈਲ ਦੇਖਣ ਦੇ ਨਾਲ ਨਿਗਾਹ ਕਈਆਂ ਦੀ ਕਮਜ਼ੋਰ ਹੋਇਆ ਕਰਦੀ, ਤੇ ਉਹ ਕਈ ਬਿਮਾਰੀਆਂ ਜਿਹੜੀਆਂ ਉਹਦੇ ਨਾਲ ਠੀਕ ਹੁੰਦੀਆਂ। ਉਸ ਤੋਂ ਬਾਅਦ ਚਮੜੀ ਦੇ ਰੋਗ ਹੋ ਗਏ, ਠੀਕ ਹੈ, ਔਰ ਕਬਜ਼ ਹੋ ਗਿਆ, ਤੇਜ਼ਾਬ ਬਣਨਾ, ਨੀਂਦ ਨਾ ਆਉਣਾ, ਮਤਲਬ ਇਦਾਂ ਦੀਆਂ, ਥਾਇਰਾਇਡ ਹੋ ਗਿਆ, ਇਦਾਂ ਦੀ ਬਹੁਤ ਸਾਰੀਆਂ ਬਿਮਾਰੀਆਂ, ਮੋਟਾਪਾ ਵਗੈਰਾ, ਜਿਹੜਾ ਮੋਟਾਪੇ ਨੂੰ ਤਾਂ ਮਿੰਟ 'ਚ ਮਤਲਬ ਥੱਲੇ ਲਾ ਦਿੰਦਾ ਅਗਰ ਕੋਈ ਬੰਦਾ 1.5 ਮਹੀਨਾ ਕੰਟੀਨਿਊ ਕਰ ਲਵੇ ਇਹਨੂੰ।
ਤੇ ਜੇ ਕਈ ਇਦਾਂ ਦੇ ਪੇਸ਼ੈਂਟ ਹੈ ਜਿਹੜੇ ਬੋਲਦੇ ਵੀ ਤੁਹਾਡਾ ਇਹ ਮਤਲਬ ਇਸ ਅਨਾਜ ਦੇ ਨਾਲ ਮੋਟਾਪਾ ਕਿੱਦਾਂ ਕਵਰ ਹੋ ਸਕਦਾ, ਤੇ ਅਗਰ ਕਿਸੇ ਨੇ ਇਸ ਚੀਜ਼ ਨੂੰ ਸਮਝਣਾ ਚਾਹੁੰਦਾ ਕੋਈ ਡਿਟੇਲ ਦੇ ਵਿੱਚ, ਕਿਉਂਕਿ ਦੇਖੋ ਜੇ ਤੁਹਾਡੇ ਚੈਨਲ ਰਾਹੀਂ ਮੈਂ ਪੂਰੀਆਂ ਗੱਲਾਂ ਡਿਟੇਲ ਦੇ ਵਿੱਚ ਦੱਸਾਂ ਤਾਂ ਸ਼ਾਇਦ ਹੀ ਸਮਾਂ ਬਹੁਤ ਜ਼ਿਆਦਾ ਲੱਗ ਜਾਏਗਾ। ਇਸ ਕਰਕੇ ਬਰੀਫਲੀ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਹ ਜਿਹੜਾ ਮੂਲ ਅਨਾਜ ਹੈ, ਇਸ ਅਨਾਜ ਦੇ ਰਾਹੀਂ ਕਈ ਬਿਮਾਰੀਆਂ ਨੂੰ ਆਪਾਂ ਠੀਕ ਕਰ ਸਕਦੇ ਹਾਂ ਔਰ ਬਹੁਤ ਸਾਰੇ ਜਿਹੜੇ ਮਰੀਜ਼ ਆ ਉਹ ਫਾਇਦਾ ਲੈ ਸਕਦੇ ਆ। ਅਸੀਂ ਜਿਹੜੇ ਵੀ ਲੋਕ ਹੈਗੇ ਜਾਂ ਸਾਡੇ ਸਰੋਤਾ ਹੈ ਜਾਂ ਸੁਣਨੇ ਵਾਲੇ ਆ ਜਾਂ ਕੋਈ ਮਰੀਜ਼ ਹੈ ਜਾਂ ਕੋਈ ਭਾਈ ਬੰਧੂ ਹੈ, ਉਹਨਾਂ ਨੂੰ ਅਸੀਂ ਸਿਰਫ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਕੋਈ ਦਵਾਈ ਨਹੀਂ ਦੇ ਰਹੇ, ਸਿਰਫ ਇੱਕ ਅਸੀਂ ਤੁਹਾਡਾ ਜਿਹੜਾ ਖਾਣ ਦਾ ਇੱਕ ਅਨਾਜ ਹੈ, ਸਿਰਫ ਅਨਾਜ ਨੂੰ ਬਦਲ ਰਹੇ ਹਾਂ ਵੀ ਤੁਸੀਂ ਜਿਹੜਾ ਅਨਾਜ ਖਾ ਰਹੇ ਹੋ ਉਹ ਤੁਹਾਡੇ ਸਰੀਰ ਵਾਸਤੇ ਸਹੀ ਨਹੀਂ ਹੈ ਔਰ ਤੁਸੀਂ ਉਹ ਅਨਾਜ ਖਾਓ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਥੇ ਉਹ ਖਾਂਦੇ ਸੀਗੇ ਔਰ ਆਪਣੀ ਸਿਹਤ ਨੂੰ ਤੰਦਰੁਸਤ ਰੱਖਦੇ ਸੀਗੇ। ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਜਾਣਨੀ ਚਾਹੁੰਦਾ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਵੀ ਇਹ ਅਨਾਜ ਆ ਦਵਾਈ ਦੇ ਤੌਰ ਤੇ ਇਹ ਕੰਮ ਕਰਦਾ, ਲੋਕ ਆ ਜਿਹੜੇ ਅੱਜ ਤੋਂ ਪੁਰਾਣੇ ਸਾਡੇ ਪੂਰਵਜ ਸੀਗੇ ਉਹ ਖਾਂਦੇ ਸੀਗੇ, ਇਦਾਂ ਦਾ ਵੀ ਕੁਝ ਹੈ ਇਸ ਦੇ ਵਿੱਚ? ਇਹਨੂੰ ਖਾਣ ਦੇ ਨਾਲ ਨਾਲ ਕੁਝ ਚੀਜ਼ਾਂ ਦਾ ਪਰਹੇਜ਼ ਵੀ ਰੱਖਣਾ ਪੈਂਦਾ ਜਾਂ ਕੁਝ ਇਦਾਂ ਹੈ ਵੀ ਜਿੱਦਾਂ ਕਈ ਡਾਕਟਰ ਕਹਿ ਦਿੰਦੇ ਆ ਵੀ ਆਹ ਚੀਜ਼ ਖਾਣੀ ਆ ਤਾਂ ਦੇਸੀ ਦਵਾਈ ਦਾ ਜੀ ਗੱਲ ਕਰੀਏ ਆਪਾਂ ਐਗਜ਼ਾਮਪਲ ਦੇ ਤੌਰ ਤੇ, ਡਾਕਟਰ ਕਹਿ ਦਿੰਦੇ ਆ ਖੱਟੀ ਤਲੀ ਚੀਜ਼ ਤੋਂ ਪਰਹੇਜ਼ ਰੱਖਣਾ ਚਾਹੀਦਾ, ਇਹ ਅਨਾਜ ਖਾਣ ਦੇ ਨਾਲ ਵੀ ਆਪਾਂ ਨੂੰ ਕਿਸੇ ਚੀਜ਼ ਦਾ ਪਰਹੇਜ਼ ਰੱਖਣਾ ਪੈਂਦਾ ਹੈ? ਦੇਖੋ ਜੀ ਇਸ ਤਰ੍ਹਾਂ ਹੈ, ਹੁਣ ਤੁਸੀਂ ਮੈਂ ਉਹੀ ਗੱਲ ਮੈਂ ਤੁਹਾਨੂੰ ਫੇਰ ਦੁਬਾਰਾ ਰਿਪੀਟ ਕਰਨ ਲੱਗਿਆ ਹੈ ਕਿ ਜਿਸ ਤਰ੍ਹਾਂ ਅਸੀਂ ਕਣਕ ਔਰ ਚਾਵਲ ਖਾਂਦੇ ਆ, ਜੇ ਕੋਈ ਬੰਦਾ ਕੋਈ ਦਵਾਈ ਖਾ ਰਿਹਾ ਤਾਂ ਕਣਕ ਤੇ ਚੌਲ ਤਾਂ ਛੱਡਦਾ ਨਹੀਂ ਹੈਗਾ, ਰੋਟੀ ਤਾਂ ਖਾਣੀ ਹੈ ਅਗਲੇ ਨੇ, ਤੇ ਅਸੀਂ ਤਾਂ ਸਿਰਫ ਕਣਕ ਔਰ ਚਾਵਲ ਦੀ ਜਗ੍ਹਾ ਬਦਲੀ ਹੈ ਕਿ ਉਹਦੀ ਜਗ੍ਹਾ ਤੁਸੀਂ ਇਹ ਅਨਾਜ ਖਾਣਾ ਸ਼ੁਰੂ ਕਰੋ। ਬਾਕੀ ਇਹ ਜਿਹੜੇ ਜੋ ਉਹਨਾਂ ਦੀ ਦਵਾਈਆਂ ਚੱਲਦੀਆਂ ਨਾ ਇਹਦੇ ਨਾਲ ਕੋਈ ਪਰਹੇਜ਼ ਹੈ ਨਾ ਕੁਛ ਹੈ, ਕਿਉਂਕਿ ਸਿਰਫ ਅਸੀਂ ਆਟਾ ਬਦਲਿਆ, ਅਸੀਂ ਅਨਾਜ ਬਦਲਿਆ, ਹੋਰ ਕੱਖ ਨਹੀਂ ਕੀਤਾ। ਸੋ ਇਹ ਤੁਹਾਨੂੰ ਮੈਂ ਪਹਿਲਾਂ ਹੀ ਕਹਿਤਾ ਕਿ ਇਹਦੇ ਵਿੱਚ ਨਾ ਤਾਂ ਕੋਈ ਨਾ ਕੋਈ ਦਵਾਈ ਹੈ ਇਹ, ਤੇ ਨਾ ਮਤਲਬ ਸਿਰਫ ਇੱਕ ਅਸੀਂ ਅਨਾਜ ਨੂੰ ਹੀ ਚੇਂਜ ਕੀਤਾ ਹੈ ਔਰ ਅਨਾਜ ਇਹ ਪੋਜ਼ਿਟਿਵ ਗ੍ਰੇਨ ਹੈ। ਪੋਜ਼ਿਟਿਵ ਗ੍ਰੇਨ ਦਾ ਮਤਲਬ ਇਹ ਸਾਡੇ ਸਰੀਰ ਦੇ ਫਾਇਦੇਮੰਦ ਅਨਾਜ ਹੈ। ਇਹ ਅਸੀਂ ਉਹ ਅਨਾਜ ਹੈਗਾ ਜਿਹਦਾ ਕਿ ਮਤਲਬ ਕਣਕ ਮਤਲਬ ਜਿੱਦਾਂ ਅਸੀਂ ਕਣਕ ਜੋ ਸਾਡੇ ਸਰੀਰ ਨੂੰ ਨੁਕਸਾਨ ਕਰਦੀ ਹੈ ਤੇ ਇਹ ਨੁਕਸਾਨ ਨਹੀਂ ਕਰੇਗਾ, ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਇਹਨੂੰ ਤੁਸੀਂ ਇੱਕ ਟਾਈਮ ਖਾਓ, 2 ਟਾਈਮ ਖਾਓ, 3 ਟਾਈਮ ਖਾਓ, ਖਾ ਸਕਦੇ ਹੋ, ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ, ਲਗਾਤਾਰ ਖਾਓ। ਜੇ ਹੁਣ ਇੱਕਦਮ ਬੰਦਾ ਕਣਕ ਚੌਲ ਨਹੀਂ ਛੱਡਦਾ ਤਾਂ ਕੋਈ ਗੱਲ ਨਹੀਂ, ਇੱਕ ਵਿੱਚ ਵਿਚਾਲੇ ਤੁਸੀਂ ਖਾ ਲਿਆ। ਪਹਿਲਾਂ ਸਾਡੇ ਸਰੀਰ ਦੇ ਵਿੱਚ ਹੁਣ ਇਸ ਟਾਈਮ ਅਸੀਂ ਮੰਨ ਕੇ ਚੱਲੋ ਕਿ ਇਸ ਟਾਈਮ ਅਸੀਂ ਕਣਕ ਔਰ ਚਾਵਲ ਜਿਹੜਾ ਹੈਗਾ ਖਾ ਰਹੇ ਹਾਂ, ਡੇਲੀ ਖਾ ਰਹੇ ਹਾਂ ਅਸੀਂ, ਤੇ 100% ਸਾਡੇ ਅੰਦਰ ਬਿਮਾਰੀ ਆ ਰਹੀ ਹੈ। ਜੇ ਅਗਰ ਅਸੀਂ ਵਿੱਚ ਅਸੀਂ ਇਹ ਅਨਾਜ ਯੂਜ਼ ਕਰਦੇ ਹਾਂ ਤੇ 100 ਦੀ ਬਜਾਏ 60% ਜਿਹੜੀ ਹੈ ਸਾਡੇ ਅੰਦਰ ਵਧੀਆ ਖੁਰਾਕ ਚੱਲ ਗਈ ਤੇ 40% ਸਿਰਫ ਕਣਕ ਤੇ ਚੌਲ ਰਹਿ ਗਏ। ਤੇ ਹੁਣ ਦੱਸੋ ਵੀ 100% ਨਾਲ ਬੰਦਾ ਬਿਮਾਰ ਹੁੰਦਾ ਹੈ ਤੇ 100 ਦੇ ਵਿੱਚੋਂ ਜੇ 60% ਵਧੀਆ ਚੱਲ ਗਈ, 40 ਰਹਿ ਗਈ, ਤਾਂ ਉਸ ਬੰਦੇ ਨੂੰ ਕਿੰਨਾ ਆਰਾਮ ਆਉਣਾ ਸ਼ੁਰੂ ਹੋ ਜਾਊਗਾ। ਜੇ ਮੈਂ ਗੱਲ ਕਰਾਂ ਜਿਵੇਂ ਤੁਸੀਂ ਦੱਸਿਆ ਇਸ ਦੇ ਬੈਨੀਫਿਟ ਹੀ ਹੈ, ਸਭ ਤੋਂ ਜ਼ਿਆਦਾ ਮੋਟਾਪੇ ਨੂੰ ਕੰਟਰੋਲ ਕਰਦਾ, ਸ਼ੂਗਰ ਨੂੰ ਕੰਟਰੋਲ ਕਰਦਾ। ਜੇ ਇਹ ਪ੍ਰੋਡਕਟ ਮੰਨ ਕੇ ਚੱਲੋ ਆਪਾਂ ਅੱਜ ਇਸ ਜਗ੍ਹਾ ਤੇ ਪੰਜਾਬ ਦੇ ਵਿੱਚ ਫਲੋਰ ਦੇ ਵਿੱਚ ਬੈਠੇ ਆ, ਫਲੋਰ ਤੋਂ ਬਾਹਰ ਵੀ ਲੋਕ ਆ ਜਿਹੜੇ ਇਸ ਵੀਡੀਓ ਨੂੰ ਦੇਖਦੇ ਆ, ਇਹ ਜਿਹੜਾ ਤੁਹਾਡਾ ਪ੍ਰੋਡਕਟ ਆ ਇਹ ਬਾਹਰ ਅਗਰ ਕਿਸੇ ਨੇ ਲੈਣਾ ਹੋਵੇ ਉਹ ਮਿਲ ਜਾਂਦਾ? ਆਮ ਦੁਕਾਨਾਂ ਦੇ ਉੱਤੋਂ ਇਹ ਪ੍ਰੋਡਕਟ ਹੈ ਜਿਹੜਾ ਅਵੇਲੇਬਲ ਹੋ ਜਾਂਦਾ ਅਨਾਜ? ਇਸ ਤਰ੍ਹਾਂ ਹੈ ਜੀ, ਦੇਖੋ ਆ ਜਿਹੜਾ ਅਨਾਜ ਹੈ ਬਾਹਰ ਵੀ ਮਿਲਦਾ, ਬਾਜ਼ਾਰਾਂ 'ਚ ਵੀ ਮਿਲਦਾ ਹੈ, ਲੇਕਿਨ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਇਸ ਅਨਾਜ ਨੂੰ ਅਨਪੋਲਿਸ਼ਡ, ਅਨਪ੍ਰੋਸੈਸ ਔਰ ਆਰਗੈਨਿਕ ਫਾਰਮ ਦੇ ਵਿੱਚ, ਜਿਸ ਤਰ੍ਹਾਂ ਸਾਨੂੰ ਸਾਊਥ ਦੇ ਵਿੱਚੋਂ ਆਉਂਦਾ ਹੈ, ਅਸੀਂ ਉਹਦੀ ਪੈਕਿੰਗ ਕਰਕੇ ਜਿਹੜਾ ਹੈਗਾ ਇਹਨੂੰ ਡਿਸਟ੍ਰੀਬਿਊਟ ਕਰਦੇ ਹਾਂ। ਔਰ ਕੋਈ ਵੀ ਅਗਰ ਸਾਡਾ ਇਹਦੇ ਤੇ ਨੰਬਰ ਚੱਲਦੇ ਆ, WhatsApp ਤੇ ਨੰਬਰ ਚੱਲਦੇ ਆ, ਕੋਈ ਵੀ ਅਗਰ ਇਸ ਚੀਜ਼ ਨੂੰ ਅਨਾਜ ਨੂੰ ਮੰਗਾਉਣਾ ਚਾਹੁੰਦਾ ਹੈ ਤੇ ਬਾਈ ਕੋਰੀਅਰ ਰਾਹੀਂ ਇਹ ਅਨਾਜ ਜਿਹੜਾ ਹੈਗਾ ਹਰ ਦੇਸ਼ ਦੇ ਕੋਨੇ ਦੇ ਵਿੱਚ ਜਾਂ ਹਰ ਵਰਲਡ ਦੇ ਵਿੱਚ ਕਿਤੇ ਵੀ ਅਸੀਂ ਭੇਜ ਸਕਦੇ ਹਾਂ। ਤੇ ਜੇ ਗੱਲ ਕਰੀਏ ਅਗਰ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ, ਤੁਸੀਂ ਦੱਸ ਦਿੱਤਾ ਵੀ ਜਿਹੜਾ WhatsApp ਨੰਬਰ ਵਗੈਰਾ ਚੱਲਦੇ ਆ, ਜੇ ਅਗਲੇ ਨੇ ਗੱਲ ਕਰਨੀ ਹੋਵੇ ਤੁਹਾਡੇ ਨਾਲ, ਇੱਥੇ ਦਾ ਐਡਰੈਸ ਕੋਈ ਦੱਸਣਾ ਹੋਵੇ, ਉਹ ਤੁਸੀਂ ਪ੍ਰੋਪਰ ਚਾਹੁੰਦੇ ਆ ਅਸੀਂ ਉਹ ਵੀ ਸਾਡੇ ਦਰਸ਼ਕਾਂ ਨੂੰ ਆ ਜਿਹੜਾ ਆਪਣੇ ਤੁਸੀਂ ਦੱਸ ਦਿਓ। ਦੇਖੋ ਜੀ ਇਹ ਆਪਣਾ ਫਲੋਰ ਦੇ ਵਿੱਚ ਗੜਾ ਪਿੰਡ ਪੈਂਦਾ ਹੈ ਜੀ, ਅਟਵਾਲ ਕਲੋਨੀ ਦੇ ਬਿਲਕੁਲ ਅਪੋਜ਼ਿਟ ਅੰਗੂਰਾਂ ਵਾਲੀ ਗਲੀ, JT ਬ੍ਰਦਰਸ ਦੇ ਨਾਮ ਤੇ ਆਪਣਾ ਇੱਥੇ ਆਫਿਸ ਹੈ। ਤੇ ਇੱਥੇ ਕੋਈ ਵੀ ਅਗਰ ਮਤਲਬ ਆਣਾ ਚਾਹੁੰਦਾ ਹੈਗਾ ਤਾਂ ਉਹ ਫੋਨ ਕਰਕੇ ਵਿਜ਼ਿਟ ਕਰ ਸਕਦਾ ਹੈ ਜੀ। ਤੇ ਇੱਕ ਚੀਜ਼ ਮੈਂ ਹੋਰ ਜਾਣਨੀ ਚਾਹੁੰਦਾ, ਜਿਵੇਂ ਦਰਸ਼ਕਾਂ ਨੂੰ ਇਹ ਵੀ ਰਹਿੰਦਾ ਵੀ ਕਿੰਨੇ ਕੁ ਦੀ ਇਹ ਦਵਾਈ ਆ, ਕਿੰਨੇ ਕੁ ਦਾ ਇਹ ਫੂਡ ਆ ਜਾਂ ਅਨਾਜ ਲਾ ਲਓ, ਇਹਦਾ ਜਿਹੜਾ ਪ੍ਰਾਈਸ ਆ ਕੀ ਕੋਸਟ ਪੈਂਦੀ ਹੈ ਤੇ ਕੀ ਇਹ ਜਿਹੜਾ ਜਿੱਦਾਂ ਹੁਣ ਬਾਹਰ ਬੈਠੇ ਬੰਦੇ ਆ, ਤੁਸੀਂ ਦੱਸਿਆ ਵੀ ਅਸੀਂ ਉਹਨੂੰ ਕੋਰੀਅਰ ਵੀ ਕਰ ਸਕਦੇ ਆ, ਤੇ ਇਹਦਾ ਜਿਹੜਾ ਮਿਨੀਮਮ ਆ ਕਿੰਨੇ ਚਿਰ ਦਾ ਕੋਰਸ ਹੁੰਦਾ ਇਹ, ਤੇ ਕੀ ਇਹਦਾ ਸਾਰਾ ਮੈਨੂੰ ਵਿਸਤਾਰ ਨਾਲ ਇਹ ਵੀ ਦੱਸ ਦਿਓ ਵੀ ਇਹਦਾ ਜਿਹੜਾ ਕਿੰਨਾ ਕੁ ਆ ਜਿਹੜਾ ਚਾਰਜ ਲੈਂਦੇ ਆ ਤੁਸੀਂ?
ਇਸ ਤਰ੍ਹਾਂ ਦੇਖੋ ਇੱਕ ਮਹੀਨਾ ਡੇਢ ਕੁ ਮਹੀਨੇ ਦੀ ਅਗਰ ਜੇ ਆਪਾਂ ਗੱਲ ਕਰੀਏ ਖੁਰਾਕ ਦੀ ਤਾਂ ਇੱਕ ਬੰਦੇ ਵਾਸਤੇ ਸਫੀਸ਼ੀਐਂਟ ਹੈ ਤੇ ਉਹ ਨੀਅਰ ਅਬਾਊਟ 1000 ਕੁ ਰੁਪਏ ਦਾ ਜਿਹੜਾ ਹੈਗਾ ਇਹ ਅਨਾਜ ਜਿਹੜਾ ਹੈਗਾ ਅਵੇਲੇਬਲ ਹੋ ਜਾਏਗਾ। ਓਕੇ। ਹਾਂਜੀ। ਤੇ ਇਹ ਜਿਹੜਾ ਕਿੰਨਾ ਕੁ ਚਿਰ ਆ ਜਿਹੜਾ ਇਹ ਲਗਾਤਾਰ ਖਾਣਾ ਪੀਂਦਾ ਜਾਂ ਕੀ ਹੈ ਇਹਦਾ ਵੀ 1 ਮਹੀਨਾ 6 ਮਹੀਨੇ ਦਾ? ਦੇਖੋ ਸਰ, ਮੈਂ ਤੁਹਾਨੂੰ ਫੇਰ ਉਹੀ ਗੱਲ ਕਹਿ ਕੇ ਆਇਆ, ਦੇਖੋ ਹੁਣ ਰੋਟੀ ਹੈ ਤਾਂ ਰੋਟੀ ਤਾਂ ਹੀ ਸਾਰੀ ਉਮਰ ਹੀ ਖਾਂਦੇ ਆ, ਰੋਟੀ ਤੋਂ ਬਗੈਰ ਹੈ ਵੀ ਕੁਝ ਨਹੀਂ ਹੈ। ਕਣਕ ਔਰ ਚਾਵਲ ਦੇਖੋ ਜ਼ਿੰਦਗੀ ਦੇ ਜਾਤੇ ਜੰਮੇ ਬਜਾਤੇ ਕਣਕ ਤੇ ਚੌਲ ਖਾ ਰਹੇ ਅਸੀਂ, तो ये भी कणक और चावल की जगह ही मैं तुम्हें एक अनाज दिता ना, तो ये भी मगर अगर जिन्होंने लाइफ टाइम भी खाइए तो नुकसान कोई नहीं है, ईवन साढ़े बीमारी भी नहीं कोई आएगी। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਅਨਾਜ ਹੈ ਅੱਜ ਕੱਲ ਲੋਕ ਯੂਜ਼ ਕਰਦੇ ਆ, ਕਣਕ ਹੋ ਗਿਆ, ਮੱਕੀ ਦੀ ਰੋਟੀ ਹੋ ਗਈ, ਚਾਵਲ ਹੋ ਗਿਆ, ਉਹਨਾਂ ਨੂੰ ਛੱਡ ਕੇ ਆ ਜਿਹੜਾ ਇਸ ਵੱਲ ਧਿਆਨ ਦੇਣਾ ਚਾਹੀਦਾ। ਜੇ ਬਿਮਾਰੀਆਂ ਤੋਂ ਬਚਣਾ ਤਾਂ ਉਹਨਾਂ ਨੂੰ ਇਹ ਜਿਹੜੇ ਦੇਸੀ ਨੁਕਤੇ ਆ ਉਹੀ ਪੁਰਾਣੀਆਂ ਖੁਰਾਕਾਂ ਵੱਲ ਨੂੰ ਆਉਣਾ ਚਾਹੀਦਾ। ਜਿਹੜਾ ਅੱਜ ਕੱਲ ਲੋਕੀ ਕਣਕ ਵਗੈਰਾ ਖਾਂਦੇ ਆ ਜਾਂ ਕੁਝ ਖਾਂਦੇ ਆ, ਉਹਨਾਂ ਦੇ ਨਾਲ ਜਿਹੜਾ ਖਾਦਾ ਵਗੈਰਾ ਪੀਂਦੀਆਂ ਉਸ ਦੇ ਨਾਲ ਬਿਮਾਰੀਆਂ ਜਿਹੜੀਆਂ ਹੋਰ ਲੱਗਦੀਆਂ। ਬਿਲਕੁਲ ਬਿਲਕੁਲ। ਦੇਖੋ ਇਸ ਤਰ੍ਹਾਂ ਹੈ ਨਾ ਜੀ, ਅੱਜ ਦੀ ਡੇਟ ਦੇ ਵਿੱਚ ਕਣਕ, ਚਲੋ ਅਸੀਂ ਸਾਡੇ ਟਾਈਮ ਨੂੰ ਤਾਂ ਕਣਕ ਔਰ ਚਾਵਲ ਸਾਰੇ ਪਸੰਦ ਹੋ ਕੇ ਖਾਂਦੇ ਤੇ, ਮੱਕੀ ਦੀ ਰੋਟੀ ਖਾਂਦੇ ਸੀ। ਨੋ ਡਾਊਟ ਮੱਕੀ ਦੀ ਰੋਟੀ ਮਾੜੀ ਨਹੀਂ ਹੈਗੀ, ਤੇ ਕਣਕ ਤੇ ਚਾਵਲ ਅੱਜ ਕੱਲ ਤਾਂ ਵੈਸੇ ਵੈਸਟਰਨ ਕਲਚਰ ਹੈ, ਬੱਚੇ ਜਿਹੜੇ ਹੈਗੇ ਉਹ ਉੱਠਦੇ ਸਵੇਰੇ ਬ੍ਰੈਡ ਵਗੈਰਾ ਹੋਰ ਪਤਾ ਨਹੀਂ ਕਿਆ ਚੀਜ਼ਾਂ ਜਿਹੜੀਆਂ ਬਾਹਰ ਦੀਆਂ ਬਾਜ਼ਾਰ ਦੀਆਂ ਖਾਂਦੇ ਹੈਗੇ, ਉਹਦੇ ਨਾਲ ਬਿਮਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਪਈਆਂ। ਸੋ ਕਹਿਣ ਦਾ ਮਤਲਬ ਮੇਰਾ ਭਾਵ ਇਹੀ ਹੈ ਵੀ ਦੇਖੋ ਕਣਕ ਤੇ ਚੌਲ ਨੂੰ ਛੱਡ ਕੇ ਆਪਣੇ ਉਹ ਮੂਲ ਅਨਾਜ ਜਿਹੜੇ ਭਾਰਤ ਦੇ ਮੂਲ ਅਨਾਜ ਹੈਗੇ, ਜਿਹੜੇ ਕਿ ਗ੍ਰੰਥਾਂ ਦੇ ਵਿੱਚ ਪਏ ਹੋਏ ਆ, ਉਹਨਾਂ ਨੂੰ ਅਪਣਾਓ ਤੇ ਉਸ ਨੂੰ ਅਪਣਾਉਣ ਦੇ ਨਾਲ ਆਪਣੀ ਜਿਹੜੀ ਸਿਹਤ ਹੈ ਉਹਨੂੰ ਚੰਗੀ ਰੱਖੋ। ਤੇ ਬਾਕੀ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਬਿਲਕੁਲ ਹੀ ਕਣਕ ਤੇ ਚੌਲ ਛੱਡ ਦਿਓ, ਜੇ ਕਿਉਂਕਿ ਕਈਆਂ ਦੇ ਨਹੀਂ ਛੋੜਦੇ। ਕਈ ਵਾਰ ਸਾਨੂੰ ਪੇਸ਼ੈਂਟ ਜਿਹੜੇ ਆ ਸਵਾਲ ਕਰਦੇ ਆ ਕਿ ਡਾਕਟਰ ਸਾਹਿਬ ਜਿਹੜੀ ਚੀਜ਼ ਅਸੀਂ ਕੰਟੀਨਿਊ ਖਾ ਰਹੇ ਹਾਂ ਉਸ ਚੀਜ਼ ਨੂੰ ਅਸੀਂ ਇੱਕਦਮ ਕਿੱਦਾਂ ਛੱਡ ਦਈਏ, ਤੇ ਅਸੀਂ ਉਹਨਾਂ ਨੂੰ ਕਹਿੰਦੇ ਠੀਕ ਹੈ ਇੱਕ ਟਾਈਮ ਇੱਕਦਮ ਤੁਸੀਂ ਨਹੀਂ ਛੱਡ ਸਕਦੇ, ਕੋਈ ਨਹੀਂ, ਹੌਲੀ ਹੌਲੀ ਕਰਕੇ ਉਸ ਚੀਜ਼ ਨੂੰ ਤੁਸੀਂ ਅਵੋਇਡ ਕਰ ਸਕਦੇ ਹੋ, ਛੱਡ ਸਕਦੇ ਹੋ, ਔਰ ਵਿੱਚ ਵਿਚਾਲੇ ਤੁਸੀਂ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਹੋ। ਪਰ ਲੇਕਿਨ ਅਗਰ ਜੇ ਕੋਈ ਪੇਸ਼ੈਂਟ ਹੈ ਠੀਕ ਹੋਣਾ ਚਾਹੁੰਦਾ ਹੈ, ਉਹ ਬਿਨਾਂ ਡਾਕਟਰ ਦੀ ਸਲਾਹ ਤੋਂ ਬਗੈਰ, ਬਿਨਾਂ ਸਾਤੋਂ ਕੰਸਲਟੇਸ਼ਨ ਤੋਂ ਇਸ ਅਨਾਜ ਨੂੰ ਸ਼ੁਰੂ ਨਾ ਕਰੇ, ਕਿਉਂਕਿ ਉਹਦੀਆਂ ਬਹੁਤ ਸਾਰੀਆਂ ਫਾਰਮੈਲਿਟੀਜ਼ ਹੁੰਦੀਆਂ, ਬਹੁਤ ਸਾਰੀਆਂ ਮਤਲਬ ਅਸੀਂ ਪੇਸ਼ੈਂਟ ਦਾ ਡਾਇਗਨੋਸ ਕਰਨਾ ਹੁੰਦਾ, ਫਿਰ ਹੀ ਆਪਾਂ ਉਸ ਚੀਜ਼ ਨੂੰ ਦੱਸ ਸਕਦੇ ਹਾਂ ਵੀ ਕਿਹੜੀ ਚੀਜ਼ ਕਿੱਦਾਂ ਖਾਣੀ ਹੈ ਕਿੱਦਾਂ ਨਹੀਂ ਖਾਣੀ। ਇਸ ਵੇਲੇ ਜਿਹੜਾ ਕੋਂਦਰਾ ਦਾ ਲੰਗਰ ਵੀ ਲਗਾਇਆ ਹੋਇਆ ਇਹਨਾਂ ਵੱਲੋਂ, ਆ ਜਿਹੜੇ ਅੱਜ ਆਏ ਹੋਏ ਆ ਉਹਨਾਂ ਨੂੰ ਕੋਂਦਰਾ ਦਾ ਟੇਸਟ ਵੀ ਚੈੱਕ ਕਰਾਇਆ ਜਾ ਰਿਹਾ, ਤੇ ਇੱਥੇ ਜਿਹੜੇ ਖਾ ਰਹੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿੰਨੇ ਲੰਬੇ ਸਮੇਂ ਤੋਂ ਆ ਜਿਹੜਾ ਉਹ ਕੋਂਦਰਾ ਨੂੰ ਯੂਜ਼ ਕਰਦੇ ਆ ਤੇ ਉਹਨਾਂ ਨੂੰ ਕੀ ਕੀ ਬੈਨੀਫਿਟ ਆ ਜਿਹੜੇ ਮਿਲੇ ਆ। ਸਤਿ ਸ਼੍ਰੀ ਅਕਾਲ ਸਰ ਜੀ। ਜੀ ਸਰ ਤੁਸੀਂ ਅੱਜ ਨਾਭੀ ਪੰਚਕਰਮਾ ਤੇ ਪਹੁੰਚੇ ਆ, ਤੇ ਇੱਥੇ ਜਿਹੜਾ ਕੋਂਦਰਾ ਅਨਾਜ ਆ ਉਹਦਾ ਲੰਗਰ ਵੀ ਲਗਾਇਆ ਗਿਆ, ਤੇ ਬਹੁਤ ਸਾਰੇ ਪੇਸ਼ੈਂਟ ਆ ਜਿਹੜੇ ਇਸ ਨੂੰ ਖਾ ਕੇ ਆਰਾਮ ਵੀ ਆਇਆ। ਕਿਹੋ ਜਿਹਾ ਪ੍ਰੋਡਕਟ ਹੈ ਤੁਸੀਂ ਖਾ ਰਹੇ ਆ, ਕੀ ਕੀ ਬੈਨੀਫਿਟ ਹੈ? ਨੰਬਰ 1 ਤਾਂ ਨਹੀਂ ਹੈ, ਸੁਪਰ ਨੰਬਰ 1 ਕਹਿ ਸਕਦੇ ਆ। ਇਹ ਪ੍ਰੋਡਕਟ ਮੈਂ ਪਿਛਲੇ 6 ਮਹੀਨੇ ਤੋਂ ਇਸਤੇਮਾਲ ਕਰ ਰਿਹਾ ਸਰ। ਇਹਦੇ ਨਾਲ ਮੈਨੂੰ ਥੋੜਾ ਮੋਟਾਪਾ ਸੀਗਾ ਜਿਹੜਾ ਹੁਣ ਕਾਫੀ ਘਟ ਚੁੱਕਾ ਹੈ, ਤੇ ਘੱਟੋ ਘੱਟ ਵੀ 25 ਕਿਲੋ ਵਜਨ ਮੇਰਾ ਘਟ ਚੁੱਕਾ ਹੈ। ਇਹ ਇੱਕ ਜਿਵੇਂ ਤੁਸੀਂ ਦੱਸ ਰਹੇ ਆ ਪਿਛਲੇ 6 ਸਾਲਾਂ ਤੋਂ 6 ਮਹੀਨਾ ਤੋਂ ਤੁਸੀਂ ਇਹ ਖਾ ਰਹੇ ਆ, ਇਸ ਦੇ ਨਾਲ ਕੋਈ ਇਦਾਂ ਵੀ ਹੈ ਖਾਣ ਤੋਂ ਬਾਅਦ ਜਾਂ ਕਿਸੇ ਨੂੰ ਕੋਈ ਇਨਫੈਕਸ਼ਨ ਵਗੈਰਾ ਹੋ ਜਾਂਦੀ ਆ ਜਾਂ ਕੋਈ ਸਾਈਡ ਇਫੈਕਟ ਹੁੰਦਾ, ਅਗਲੇ ਦੇ ਮਨ ਦੇ ਵਿੱਚ ਡਰ ਹੁੰਦਾ? ਅੱਜ ਆਪਾਂ ਇਹਨੂੰ ਜੈਟੀ ਬ੍ਰਦਰਸ ਵੱਲੋਂ ਜਿਹੜਾ ਲਾਂਚ ਕੀਤਾ ਗਿਆ, ਤੇ ਇਦਾਂ ਦੀ ਕੋਈ ਗੱਲਬਾਤ ਹੈ ਵੀ ਤੁਹਾਨੂੰ ਖਾਣ ਤੋਂ ਬਾਅਦ ਇਹ ਜਿਹੜੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ? ਦਿੱਕਤ ਪਰੇਸ਼ਾਨੀ ਹੁੰਦੀ ਨਹੀਂ ਸਰ, ਜਦ ਕਿ ਅਗਰ ਪੇਟ ਦੇ ਵਿੱਚ ਪ੍ਰੋਬਲਮ ਆ, ਸ਼ੂਗਰ ਦੀ ਪ੍ਰੋਬਲਮ ਆ, ਓਵਰਵੇਟ ਆ, ਉਹ ਘੱਟ ਕੀਤਾ ਜਾਂਦਾ ਹੈ, ਨਾ ਕਿ ਇਹਦੇ ਨਾਲ ਪ੍ਰੋਬਲਮ ਹੁੰਦੀ ਆ। ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਖਾਧਾ ਜਾਂਦਾ ਹੈ, ਨਾ ਕਿ ਪ੍ਰੋਬਲਮ ਹੁੰਦੀ ਆ। ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ, ਇਹਦੇ ਖਾਣ ਨਾਲ ਸਾਨੂੰ ਫਾਇਦਾ ਹੀ ਫਾਇਦਾ ਹੈ। ਇਸ ਵੇਲੇ ਸਾਡੇ ਨਾਲ ਇੱਕ ਸ਼ਖਸ ਮੌਜੂਦ ਹੈ ਜਿਨ੍ਹਾਂ ਨੇ ਕੋਦਰਾ ਜਿਹੜਾ ਯੂਜ਼ ਕੀਤਾ ਤੇ ਉਹਨਾਂ ਨੂੰ ਕੀ ਉਹਦੇ ਬੈਨੀਫਿਟ ਮਿਲੇ ਆ, ਸਾਡੇ ਨਾਲ ਮੌਜੂਦ ਆ, ਉਹਨਾਂ ਨੂੰ ਪੁੱਛਦੇ ਆ। ਕੀ ਨਾਮ ਹੈ ਭਾਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮਾਈ ਸੈਲਫ ਰਕੇਸ਼ ਕੁਮਾਰ ਫਰੋਮ ਹੁਸ਼ਿਆਰਪੁਰ ਜੀ। ਓਕੇ ਸਰ। ਸਰ ਤੁਸੀਂ ਅੱਜ ਨਾਭੀ ਪੰਚਕਰਮਾ ਤੇ ਪਹੁੰਚੇ ਆ, ਜਿਹੜਾ ਇਹਨਾਂ ਵੱਲੋਂ ਅੱਜ ਪ੍ਰੋਡਕਟ ਲਾਂਚ ਕੀਤਾ ਗਿਆ, ਸੁਣਨੇ ਨੂੰ ਆਇਆ ਵੀ ਤੁਸੀਂ ਉਹਦਾ ਜਿਹੜਾ ਸੇਵਨ ਕੀਤਾ ਵੀ ਤੁਹਾਨੂੰ ਉਹਦੇ ਕਾਫੀ ਬੈਨੀਫਿਟ ਮਿਲੇ ਆ, ਕੀ ਕੀ ਫਾਇਦੇ ਮਿਲੇ ਆ ਸਰ? ਸਰ ਮੈਨੂੰ ਜਿਹੜੀ ਪ੍ਰੋਬਲਮ ਸੀਗੀ, ਮੈਂ ਮੋਟਾਪੇ ਤੋਂ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ, ਤੇ ਮੈਂ ਪਿਛਲੇ 1 ਮਹੀਨੇ ਤੋਂ ਇਹਦਾ ਸੇਵਨ ਕਰ ਰਿਹਾ। ਮੈਨੂੰ ਬਹੁਤ ਹੀ ਵਧੀਆ ਰਿਜ਼ਲਟ ਆਇਆ, ਜਿਹੜਾ ਕਿ ਮੈਂ ਕਿਸੇ ਵੀ ਤਰੀਕੇ ਦੇ ਨਾਲ ਮੇਰਾ weight ਲੂਜ਼ ਨਹੀਂ ਸੀ ਹੋ ਰਿਹਾ। 1 ਮਹੀਨਾ ਯੂਜ਼ ਕਰਨ ਦੇ ਨਾਲ ਤੇ ਮੈਨੂੰ ਘੱਟੋ ਘੱਟ 4 ਤੋਂ 5 ਕਿਲੋ ਮੇਰਾ weight ਜਿਹੜਾ ਹੈਗਾ ਉਹ ਘੱਟ ਹੋਇਆ। ਇਸ ਦੇ ਵਿੱਚ ਜਿਵੇਂ ਕਿ ਉਹਨਾਂ ਨੇ ਪਰਹੇਜ਼ ਵਗੈਰਾ ਵੀ ਦੱਸਿਆ ਜੀ, ਇਸ ਦੇ ਵਿੱਚ ਤੁਹਾਨੂੰ ਪਰਹੇਜ਼ ਰੱਖਣ ਦੇ ਵਿੱਚ ਕੋਈ ਦਿੱਕਤਾਂ ਵੀ ਆਉਂਦੀਆਂ ਜਾਂ ਕੁਛ ਹੈ, ਇਹਨੂੰ ਯੂਜ਼ ਕਰਨ ਦੇ ਵਿੱਚ ਤੁਹਾਨੂੰ ਕੋਈ ਇਦਾਂ ਦੀ ਪ੍ਰੋਬਲਮ ਵਗੈਰਾ ਵੀ ਕ੍ਰੀਏਟ ਹੋਈ ਹੈ ਜਾਂ ਨਹੀਂ? ਨਹੀਂ, ਦਿੱਕਤ ਕੋਈ ਨਹੀਂ ਆਈ ਸਰ। ਇਹਦਾ ਸਿਰਫ ਬਣਾਉਣ ਦਾ ਜਦੋਂ ਸਾਨੂੰ ਤਰੀਕਾ ਪਤਾ ਲੱਗ ਜਾਂਦਾ, ਤੇ ਇਹ ਨੋਰਮਲ ਜਿੱਦਾਂ ਅਸੀਂ ਨੋਰਮਲ ਘਰ ਦੇ ਵਿੱਚ ਅਸੀਂ ਕੋਈ ਵੀ ਪਕਵਾਨ ਜਾਂ ਅਨਾਜ ਵਗੈਰਾ ਪਕਾਉਂਦੇ ਹਾਂ, ਤੇ ਉਸੇ ਤਰ੍ਹਾਂ ਅਸੀਂ ਇਹਨੂੰ ਨੋਰਮਲ ਤਰੀਕੇ ਨਾਲ ਅਸੀਂ ਤਿਆਰ ਕਰ ਸਕਦੇ ਹਾਂ।
ਤੇ ਕੋਈ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਬਾਕੀ ਪਰਹੇਜ਼ ਵਗੈਰਾ ਸਾਡੇ ਪਹਿਲਾਂ ਤੋਂ ਹੀ ਮੈਂ ਕਰਦਾ ਬਹੁਤ ਜ਼ਿਆਦਾ, ਤੇ ਬਾਕੀ ਇਹਦੇ ਨਾਲ ਜੋ ਮੈਨੂੰ ਰਿਜ਼ਲਟ ਆਇਆ ਉਹ ਬਹੁਤ ਹੀ ਵਧੀਆ ਆਇਆ ਸੀ। ਕਈ ਵਾਰ ਲੋਕਾਂ ਦੇ ਦਿਲ ਦੇ ਵਿੱਚ ਇਹ ਡਰ ਹੁੰਦਾ, ਤੁਸੀਂ ਹੁਣ ਖੁਦ ਇਹ ਪ੍ਰੋਡਕਟ ਖਾਦਾ, ਅਨਾਜ ਆ ਜਿਹੜਾ ਤੁਸੀਂ ਖਾਦਾ, ਕਈ ਲੋਕਾਂ ਦੇ ਦਿਲ ਦੇ ਵਿੱਚ ਡਰ ਹੁੰਦਾ ਵੀ ਯਾਰ ਅਸੀਂ ਨਵੀਂ ਚੀਜ਼ ਖਾਵਾਂਗੇ, ਸਾਨੂੰ ਇਹ ਇਨਫੈਕਸ਼ਨ ਕਰੇਗੀ ਜਾਂ ਕੁਛ ਆ, ਇਦਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਕ੍ਰੀਏਟ ਹੋਈ? ਨਹੀਂ ਸਰ, ਇਹਦੇ ਨਾਲ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਮੈਨੂੰ, ਕਿਉਂਕਿ ਇਹ ਆਰਗੈਨਿਕ ਆ ਤੇ ਇਹਦੇ ਵਿੱਚ ਇਹਨੂੰ ਤਿਆਰ ਕਰਨ ਲਈ ਇਹਦੇ ਵਿੱਚ ਕੋਈ ਵੀ ਕੈਮੀਕਲ ਵਗੈਰਾ ਜਾਂ ਇੱਦਾਂ ਦਾ ਕੋਈ ਵੀ ਇਹਦੇ ਵਿੱਚ ਯੂਜ਼ ਨਹੀਂ ਕੀਤਾ ਜਾਂਦਾ, ਤੇ ਬਿਲਕੁਲ ਆਰਗੈਨਿਕ ਆ। ਆਰਗੈਨਿਕ ਕਿਸੇ ਨੂੰ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਫਿਰ ਦਿੱਕਤ ਨਹੀਂ ਆ ਸਕਦੀ, ਨਾ ਹੀ ਮੈਨੂੰ ਆਈ ਆ। ਤੇ ਤੁਸੀਂ ਬੇਚਿੰਤ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ, ਕਿਸੇ ਨੂੰ ਕੋਈ ਦਿੱਕਤ ਨਹੀਂ ਆਏਗੀ ਮੇਰੇ ਹਿਸਾਬ ਨਾਲ ਜੀ। ਹਾਂਜੀ ਸਰ, ਤੁਸੀਂ ਵੀ ਜਿਹੜਾ ਕੁੰਦਰਾ ਯੂਜ਼ ਕਰ ਰਹੇ ਆ, ਕੀ ਇਹਦੇ ਬੈਨੀਫਿਟ ਆ? ਤੁਸੀਂ ਕਿੰਨੇ ਲੰਬੇ ਸਮੇਂ ਤੋਂ ਆ ਜਿਹੜਾ ਇਹਨੂੰ ਯੂਜ਼ ਕਰ ਰਹੇ ਆ? ਮੇਰਾ ਨਾਮ ਕਮਲਜੀਤ ਸਿੰਘ ਹੈ ਜੀ, ਮੈਂ ਅਪਰੇ ਤੋਂ ਬਿਲੋਂਗ ਕਰਦਾ। ਮੈਂ ਇਹਨੂੰ ਸਾਲ ਹੋ ਗਿਆ ਜੀ ਖਾਂਦੇ ਨੂੰ, ਠੀਕ ਹੈ ਜੀ। ਇੰਨੇ ਬੈਨੀਫਿਟ ਹੈ, ਸ਼ੂਗਰ, ਬੀਪੀ, ਥਾਇਰਾਇਡ, ਮੋਟਾਪਾ, ਹੋਰ ਵੀ ਜੋ ਨਸਾਂ ਦੀ ਬਲੋਕੇਜ ਆ, ਕਿਸੇ ਤਰ੍ਹਾਂ ਦੀ ਵੀ ਸਮੱਸਿਆ ਆ ਰਹੀ ਆ ਤੇ ਸਾਰੀਆਂ ਪ੍ਰੋਬਲਮ ਹੱਲ ਹੋ ਰਹੀਆਂ ਇਹਦੇ ਨਾਲ। ਇਹ ਕਿੰਨਾ ਕੁ ਮਹਿੰਗਾ, ਜਿਵੇਂ ਕਿ ਡਾਕਟਰ ਸਾਹਿਬ ਵੱਲੋਂ ਦੱਸਿਆ ਜਾ ਰਿਹਾ ਵੀ ਇਹ ਜ਼ਿਆਦਾ ਮਹਿੰਗਾ ਨਹੀਂ ਆ, ਕੋਸਟਲੀ ਨਹੀਂ ਆ, ਕੀ ਇਹ ਹਰ ਗਰੀਬ ਬੰਦੇ ਦੀ ਪਹੁੰਚ ਤੱਕ ਹੈ? ਬਿਲਕੁਲ ਜੀ, ਇਹ ਇੰਨਾ ਮਹਿੰਗਾ ਨਹੀਂ ਹੈਗਾ। ਜੇ ਆਪਾਂ ਸੇਬ ਵੀ ਲੈਣ ਜਾਂਦੇ ਆ ਤਾਂ ਕਿਲੋ 200 ਰੁਪਏ ਕਿਲੋ ਮਿਲਦੇ ਆ ਜੀ ਅੱਜ ਕੱਲ੍ਹ। ਇਹ ਸਿਰਫ ਆਪਾਂ ਨੂੰ 700-800 ਰੁਪਏ ਦਾ ਵੀ ਮਿਲ ਸਕਦਾ ਕਿਲੋ, ਜੋ ਕਿ 5 ਪੈਕਟ ਹੁੰਦੇ ਆ। ਇਹ 5 ਪੈਕਟਾਂ ਨਾਲ 1 ਮਹੀਨੇ ਦੀ ਡੋਜ਼ ਬਣ ਜਾਂਦੀ ਹੈ, ਖੁਰਾਕ ਬਣ ਜਾਂਦੀ। 3 ਟਾਈਮ ਤੁਸੀਂ ਇਹ ਖਾ ਸਕਦੇ ਆ। ਇਹਦੇ ਵਿੱਚ ਕੋਈ ਵੀ ਸਬਜ਼ੀ ਪਾ ਸਕਦੇ ਆ, ਸੋਇਆਬੀਨ ਪਾ ਸਕਦੇ ਆ, ਮਟਰ ਪਾ ਸਕਦੇ ਆ। ਸਾਰੀਆਂ ਪ੍ਰੋਬਲਮਾਂ ਹੈ ਜਾਨੀ ਪੇਟ ਦੀਆਂ ਸਾਰੀਆਂ ਹੱਲ ਹੋ ਜਾਂਦੀਆਂ। ਡਾਕਟਰ ਅਮਰ ਸਿੰਘ ਆਜ਼ਾਦ ਜੀ, ਡਾਕਟਰ ਖਾਦਰ ਵਲੀ ਜੀ ਬਹੁਤ ਪੂਰੇ ਇੰਡੀਆ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਲੋਕਾਂ ਨੂੰ ਇਹਦੇ ਬਾਰੇ ਦੱਸ ਰਹੇ ਆ ਵੀ ਜੇ ਤੁਸੀਂ ਚੰਗਾ ਖਾਣਾ ਖਾਣ ਲੱਗ ਪਓਗੇ ਤਾਂ ਤੁਸੀਂ ਦਵਾਈਆਂ ਤੋਂ ਖੁਦ ਹੀ ਛੁਟਕਾਰਾ ਪਾ ਜਾਓਗੇ। ਤੇ ਜਦ ਕਿ ਅਸੀਂ ਖੁਦ ਵੀ, ਸਾਰਾ ਮੇਰਾ ਪਰਿਵਾਰ ਵਰਤਦਾ, ਮੇਰੇ ਯਾਰ ਦੋਸਤ ਵਰਤਦੇ ਆ, ਤੇ ਬਹੁਤ ਕਾਫੀ ਹੱਦ ਤੱਕ ਉਹ ਅੱਜ ਰਿਲੀਫ ਹੈ ਬਿਮਾਰੀਆਂ ਤੋਂ, ਤੇ ਦਵਾਈਆਂ ਵੀ ਛੱਡ ਚੁੱਕੇ ਨੇ। ਤੇ ਜੇ ਮੈਂ ਤੁਹਾਨੂੰ ਇੱਕ ਐਵੀਡੈਂਸ ਦਵਾਂ, ਤੇ ਮੇਰਾ ਦੋਸਤ ਆ ਕੈਂਸਰ ਤੋਂ ਰਾਹਤ ਪਾ ਗਿਆ ਜੀ, ਜਿਹਨੂੰ ਡਾਕਟਰਾਂ ਨੇ ਕਿਹਾ ਸੀ ਲਾਸਟ ਸਟੇਜ ਤੇ ਆ ਤੇਰੀ ਕੈਂਸਰ। ਤੇ ਉਹਨਾਂ ਨੇ ਕੀ ਕੀਤਾ, ਇਹ ਅਨਾਜ ਖਾਣੇ ਸ਼ੁਰੂ ਕੀਤੇ ਆ, ਅਨਾਜ ਦੇ ਨਾਲ ਕੁਛ ਕਾਬੇ ਸ਼ੁਰੂ ਕੀਤਾ, ਤੇ ਉਹ ਮਿਨੀਮਮ 5 ਤੋਂ 6 ਮਹੀਨੇ ਦੇ ਵਿੱਚ ਅੱਜ ਨਾਰਮਲ ਸਟੇਜ ਹੈ ਦੀ। ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜਿਹੜਾ ਬੰਦਾ ਇਸ ਅਨਾਜ ਨੂੰ ਖਾਂਦਾ ਉਸ ਨੂੰ ਜਿਹੜੇ ਆ ਕਾਫੀ ਬਿਮਾਰੀਆਂ ਤੋਂ ਜਿਹੜਾ ਰਾਹਤ ਵੀ ਮਿਲਦੀ ਹੈ। ਇਹਦਾ ਇਹ ਨਹੀਂ ਆ ਵੀ ਕਿਸੇ ਨੂੰ ਕੋਈ ਬਿਮਾਰੀ ਹੈ ਤਾਂ ਉਹੀ ਬੰਦਾ ਯੂਜ਼ ਕਰ ਸਕਦਾ। ਪਰ ਸੁਣਨੇ ਦੇ ਵਿੱਚ ਬਹੁਤ ਵਾਰੀ ਆਇਆ ਵੀ ਜਿਹੜੀ ਕਣਕ ਆ ਤੇ ਉਸ ਤੋਂ ਬਾਅਦ ਮੱਕੀ ਦਾ ਆਟਾ ਲੈ ਲਓ, ਉਸ ਦੇ ਵਿੱਚ ਆ ਜਿਹੜੀ ਸ਼ੂਗਰ ਬਹੁਤ ਪਾਈ ਜਾਂਦੀ ਆ, ਵੀ ਇਹ ਸ਼ੂਗਰ ਦੇ ਲਈ ਜਿਹੜੀ ਆ ਜ਼ਿਆਦਾ ਲਾਹੇਵੰਦ ਚੀਜ਼ ਆ ਦੱਸੀ ਜਾ ਰਹੀ ਆ। ਵੀ ਜਿਹੜਾ ਸ਼ੂਗਰ ਆ ਇਹਦੇ ਨਾਲ ਆ ਜਿਹੜੀ ਸ਼ੂਗਰ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾਂਦਾ ਇਹਦੇ ਨਾਲ। ਮੈਂ ਇਕੱਲੀ ਸ਼ੂਗਰ ਦੀ ਗੱਲ ਨਹੀਂ ਕਰਦਾ, ਮੈਂ ਤਾਂ ਪੂਰੀਆਂ ਬਿਮਾਰੀਆਂ ਹੀ ਕਰਦਾ, ਪੂਰੇ ਸਿਸਟਮ ਦੀ ਕੀ ਹੈਗਾ ਆ। ਜਿਹੜੀਆਂ ਸਾਡੀਆਂ ਬਿਮਾਰੀਆਂ ਲੱਗਦੀਆਂ ਸਾਨੂੰ, ਇਹ ਸਾਡਾ ਸਿਸਟਮ ਹੀ ਖਰਾਬ ਹੋਇਆ। ਅਸੀਂ ਖਾਣ ਪੀਣ ਜੋ ਆ ਨਾ ਸਾਰਾ ਗਲਤ ਚੁਣ ਲਿਆ। ਜੋ ਚੰਗੀਆਂ ਖੁਰਾਕਾਂ ਆ ਉਹ ਅਸੀਂ ਨਹੀਂ ਖਾ ਰਹੇ, ਜੇ ਨਹੀਂ ਖਾ ਰਹੇ ਤਾਂ ਉਹ ਅਸੀਂ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਾਂ। ਤੇ ਇਹ ਅਨਾਜ ਸਾਡਾ ਸ਼ੁਰੂ ਤੋਂ ਅਨਾਜ, ਇਹ ਅਸਲੀ ਅਨਾਜ ਇਹ ਆ। ਅਸੀਂ ਕੀ ਹੋਇਆ ਵੀ ਜਿਹੜਾ ਇਨਸਾਨ ਦਾ ਅਨਾਜ ਆ ਉਹ ਅਸੀਂ ਪਸ਼ੂਆਂ ਤੇ ਜਾਨਵਰਾਂ ਨੂੰ ਪਾਉਣਾ ਦੇਤਾ, ਤੇ ਜਿਹੜਾ ਪਸ਼ੂਆਂ ਤੇ ਜਾਨਵਰ ਵਾਲਾ ਅਸੀਂ ਖਾਣਾ ਸ਼ੁਰੂ ਕਰ ਲਿਆ। ਇਸੇ ਕਰਕੇ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਅੱਜ ਜਿਹੜਾ ਇੱਥੇ ਦੇਖਿਆ ਵੀ ਗਿਆ, ਤੁਸੀਂ ਉਹਦਾ ਮੈਨੂੰ ਲੱਗਦਾ ਅਨਾਜ ਦਾ ਇੱਥੇ ਲੰਗਰ ਵੀ ਲਗਾਇਆ ਸੀਗਾ, ਤੇ ਲੋਕ ਮੈਂ ਖਾਂਦੇ ਵੀ ਦੇਖੇ ਆ। ਦਲੀਏ ਦੀ ਤਰ੍ਹਾਂ ਜਿਹੜਾ ਬਣਾਇਆ ਹੋਇਆ ਸੀ, ਇਹ ਪ੍ਰੋਡਕਟ ਹੈ ਜਿਹੜਾ ਉਹੀ ਸੀ। ਹਾਂ ਬਿਲਕੁਲ ਬਿਲਕੁਲ। ਅੱਜ ਅਸੀਂ ਦੇਖੋ ਸਾਡੇ ਬਹੁਤ ਸਾਰੇ ਲੋਕ ਇੱਥੇ ਆਏ ਸੀਗੇ, ਅਸੀਂ ਲੰਗਰ ਲਾਇਆ ਹੋਇਆ ਸੀਗਾ। ਉਹ ਲੰਗਰ ਅਸੀਂ ਮਤਲਬ ਇਹਨੂੰ ਅਸੀਂ ਕਹਿ ਸਕਦੇ ਹਾਂ ਵੀ ਬਿਨਾਂ ਇਦਾਂ ਨਹੀਂ ਹੈ ਵੀ ਬਿਨਾਂ ਟੇਸਟ ਵਾਲਾ, ਇਹ ਜਿਹੜਾ ਇੱਕ ਵਾਰੀ ਬਣ ਜਾਂਦਾ ਉਹ 'ਚ ਜਿਹੜੀ ਮਰਜ਼ੀ ਸਬਜ਼ੀ ਪਾ ਕੇ ਤੁਸੀਂ ਖਾ ਸਕਦੇ ਹੋ। ਦਲੀਏ ਟਾਈਪ ਬਣਦਾ ਹੈਗਾ ਤੇ ਖਾਣ 'ਚ ਬੜਾ ਸਵਾਦ ਲੱਗਦਾ ਹੈਗਾ। ਤੇ ਇਹਦੇ ਹੋਰ ਵੀ ਕਈ ਪ੍ਰੋਡਕਟ ਬਣਦੇ ਹੈਗੇ, ਬੇਕਰੀ ਦੇ ਪ੍ਰੋਡਕਟ ਬਣਦੇ ਆ। ਤੇ ਬਟ ਲੇਕਿਨ ਜਿਹੜਾ ਕੋਈ ਪੇਸ਼ੈਂਟ ਹੈ ਉਹ ਪੇਸ਼ੈਂਟ ਨੂੰ ਉਸ ਤਰੀਕੇ ਦੇ ਨਾਲ ਹੀ ਆਪਾਂ ਦੱਸਦੇ ਹਾਂਗੇ ਉਹਦੀ ਸਿੰਪਟਮ ਦੇ ਹਿਸਾਬ ਨਾਲ। ਤੇ ਲਾਸਟ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਲਾਸਟ ਵਿੱਚ ਮੈਂ ਦੇਖੋ ਇਹੀ ਕਹਿਣਾ ਚਾਹੁੰਦਾ, ਜਿੰਨੇ ਵੀ ਆਪਣੀ ਸਰੋਤਾ ਹੈ ਸਾਰੇ ਸੁਣਦੇ ਪਏ ਆ, ਜਾਂ ਪੇਸ਼ੈਂਟ ਹੈ ਜਾਂ ਕੋਈ ਵੀ ਸਾਡੇ ਭਾਈ ਬੰਧੂ ਹੈ, ਉਹਨਾਂ ਨੂੰ ਮੈਂ ਇਹੀ ਕਹੂੰਗਾ, ਦੇਖੋ ਜੀ ਨੇਚੁਰਲਪੈਥੀ ਨੂੰ ਅਪਣਾ ਲਓ, ਨਹੀਂ ਤਾਂ ਆਉਣ ਵਾਲੀ ਪੀੜ੍ਹੀ ਸਾਡੀ ਜਿਹੜੀ ਹੈ ਉਹ ਬਿਮਾਰੀਆਂ ਦਾ ਘਰ ਜ਼ਿਆਦਾ ਹੋ ਰਿਹਾ। ਹਰ ਕੋਈ ਜਿਹੜਾ ਗਾ ਪਰੇਸ਼ਾਨ ਹੈ, ਛੋਟੇ ਛੋਟੇ ਬੱਚਿਆਂ ਨੂੰ ਵੀ ਸ਼ੂਗਰ ਹੋ ਰਹੀ ਹੈ, ਛੋਟੇ ਛੋਟੇ ਬੱਚੇ ਔਰ ਹਰੇਕ ਨੂੰ ਬਿਮਾਰੀ ਲੱਗ ਰਹੀ ਹੈ। ਸੋ ਸਾਰਿਆਂ ਦੇ ਅੱਗੇ ਇਹੀ ਬੇਨਤੀ ਹੈ ਕਿ ਭਾਈ ਜਿੰਨਾ ਤੁਸੀਂ ਨੇਚੁਰਲਪੈਥੀ ਨੂੰ ਅਪਣਾਓਗੇ, ਸਾਡਾ ਇਹ ਉਪਰਾਲਾ ਰਹੇਗਾ ਕਿ ਹਰ ਟਾਈਮ ਅਸੀਂ ਤੁਹਾਨੂੰ ਤੁਹਾਡੇ ਚੈਨਲ ਰਾਹੀਂ ਨਏ ਜਿਹੜੇ ਸਾਡੇ ਪੁਰਾਣੇ ਬਜ਼ੁਰਗਾਂ ਦਿੱਤੀ ਹੋਈ ਦਾਤਾਂ ਜਿਹੜੀਆਂ ਉਹਨਾਂ ਨੂੰ ਯੂਜ਼ ਕਰਕੇ ਅਸੀਂ ਤੁਹਾਨੂੰ ਲੈਂਦੇ ਰਹਾਂਗੇ। ਔਰ ਆਪਣੀ ਸਿਹਤ ਨੂੰ ਕਾਇਮ ਰੱਖੋ ਜੀ, ਨੇਚੁਰਲਪੈਥੀ ਨੂੰ ਅਪਣਾਓ ਜੀ।
ਇਹ ਸਨ ਸਾਡੇ ਨਾਲ ਡਾਕਟਰ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ। ਇਹਨਾਂ ਨੇ ਸਾਰੇ ਪ੍ਰੋਡਕਟ ਬਾਰੇ ਤੁਹਾਨੂੰ ਜਿਹੜੀ ਅਨਾਜ ਬਾਰੇ ਨੌਲੇਜ ਦਿੱਤੀ ਆ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣ ਦੀ ਸਲਾਹ ਦਿੱਤੀ ਹੈ, ਤਾਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੂੰ ਇਹ ਕੰਟਰੋਲ ਕਰਦਾ ਤੇ ਕੀ ਇਹਦਾ ਰੇਟ ਆ, ਸਾਰਾ ਇਹਨਾਂ ਵੱਲੋਂ ਦੱਸ ਦਿੱਤਾ ਗਿਆ। ਉੱਪਰ ਸਾਰਾ ਇਹਨਾਂ ਦਾ ਐਡਰੈਸ ਹੈ ਜਿਹੜਾ ਉਹ ਦੇ ਦਿੱਤਾ ਜਾਵੇਗਾ, ਮੋਬਾਈਲ ਨੰਬਰ ਦੇ ਦਿੱਤਾ ਜਾਵੇਗਾ। ਅਗਰ ਕਿਸੇ ਨੇ ਵੀ ਇਹਨਾਂ ਨਾਲ ਸੰਪਰਕ ਕਰਨਾ ਹੋਵੇ ਤਾਂ ਇਹਨਾਂ ਦੇ ਦਿੱਤੇ ਹੋਏ ਮੋਬਾਈਲ ਨੰਬਰ ਤੇ ਉਹ ਸੰਪਰਕ ਕਰ ਸਕਦੇ ਹਨ। ਮੈਂ ਫਲੋਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਲ ਅਮਰਜੀਤ ਸਿੰਘ ਮੋਨੋ।